ਅਸੀਂ ਕੱਲ ਦੇਖਿਆ ਸੀ ਕਿ ਅਦੋਨੀਆ ਦੀ ਮੌਤ ਹੋ ਚੁੱਕੀ ਹੈ ਔਰ ਅਦੋਨੀਆ ਨੂੰ ਇਹ ਸਭ ਕੁਝ ਕਰਨ ਦੇ ਲਈ ਦੂਜੀ ਵਾਰੀ ਯੋਆਬ ਨੇ ਉਸ ਨੂੰ ਦੁਆਰਾ ਤੀਲੀ ਲਾਈ ਸੀ। ਯੋਆਬ ਨੇ ਦੇਖਿਆ ਕਿ ਦਾਊਦ ਮਰ ਗਿਆ ਔਰ ਜੋ ਉਹਦੀ ਥਾਂ ਤੇ ਰਾਜਾ ਬੈਠਾ ਸੋਲੋਮਨ, ਉਹ ਤਾਂ ਬਾਲਕ ਆ, ਉਹਨੂੰ ਕੀ ਪਤਾ, 19 ਸਾਲ ਦੀ ਉਹਦੀ ਸਾਰੀ ਉਮਰ, ਉਹਨੇ ਕਦੀ ਲੜਾਈ ਨਹੀਂ ਦੇਖੀ, ਕਦੀ ਬਾਹਰ ਨਹੀਂ ਨਿਕਲਿਆ, ਇਜ਼ ਅ ਮਾਮੀ ਬੋਏ। ਸੋ ਅਸੀਂ ਉਹਨੂੰ ਮੈਨੀਪੂਲੇਟ ਕਰ ਸਕਦੇ। ਸੋ ਉਸਨੇ ਕਿਹਾ ਕਿ ਅਦੋਨੀਆ ਨੂੰ ਕਿਹਾ ਕਿ ਤੂੰ ਇਦਾਂ ਕਰ, ਜਾ ਕੇ ਤੂੰ ਜਿਹੜੀ ਅਭਿਸ਼ੇਕ ਨੂੰ ਮੰਗ, ਜਿਹੜੀ ਸੁਨਮ ਨਿਵਾਸੀ, ਔਰ ਜੇ ਅਭਿਸ਼ੇਕ ਉਸ ਨੂੰ ਮਿਲ ਜਾਂਦੀ ਆ ਤੇ ਉਹ ਕਹਿ ਸਕਦਾ ਕਿ ਦਾਊਦ ਜਿੰਨਾ ਸੋਲੋਮਨ ਨੂੰ ਪਿਆਰ ਕਰਦਾ, ਦਾਊਦ ਉਨਾ ਹੀ ਪਿਆਰ ਅਦੋਨੀਆ ਨੂੰ ਵੀ ਕਰਦਾ। ਉਸਨੇ ਆਪਣੀ ਸਭ ਤੋਂ ਸੁਨੱਖੀ ਰਖੇਲ ਜਿਹੜੀ ਸੀ ਉਹ ਉਸਨੇ ਅਦੋਨੀਆ ਨੂੰ ਦਿੱਤੀ ਔਰ ਉਹਨਾਂ ਨੂੰ ਉਹ ਰੱਥ ਤੇ ਬਿਠਾ ਕੇ ਸਾਰੇ ਇਜ਼ਰਾਈਲ ਦੇ ਵਿੱਚ ਪਰੇਡ ਕਰਾਉਂਦਾ ਔਰ ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਸੀ ਕਿ ਹਾਂ ਬਈ ਵਾਕਈ ਇਹ ਤਾਂ ਵਾਕਈ ਸੱਚ ਹੈ, ਅਦੋਨੀਆ ਵਾਕਈ ਰਾਜਾ ਬਣਨ ਤੇ ਹੀ ਹੋਗਾ। ਬੈਤਸ਼ੀਬਾ ਨੇ ਸਾਰੀਆਂ ਕੰਮ ਕੀਤਾ, ਗਲਤ ਕੰਮ ਜਿੰਨਾ ਵੀ ਕੀਤਾ ਬੈਤਸ਼ੀਬਾ ਨੇ। ਉਸਨੇ ਮਰਦੇ ਹੋਏ ਰਾਜੇ ਦੇ ਕੋਲ ਗਈ ਆ ਔਰ ਸਾਨੂੰ ਕੀ ਪਤਾ ਦਾਊਦ ਨੇ ਕੀ ਕਿਹਾ ਕੀ ਨਹੀਂ ਕਿਹਾ, ਔਰ ਉਸਨੇ ਸੋਲੋਮਨ ਨੂੰ ਰਾਜਾ ਬਣਾ ਲਿਆ। ਸੋ ਸੋਲੋਮਨ ਦੇ ਲਈ ਇਹ ਸਟੈਂਡ ਲੈਣਾ ਬਹੁਤ ਜ਼ਰੂਰੀ। ਜੇ ਉਹ ਸਟੈਂਡ ਨਹੀਂ ਲੈਂਦਾ ਤੇ ਸਾਰਾ ਮੁਲਕ ਦੋ ਹਿੱਸਿਆਂ ਦੇ ਵਿੱਚ ਵੰਡਿਆ। ਅਦੋਨੀਆ ਦੇ ਮਨ ਦੇ ਵਿੱਚ ਇਹ ਹੈ ਕਿ ਲੋਕ ਮੈਨੂੰ ਬਹੁਤ ਪਿਆਰ ਕਰਦੇ ਆ, ਕਿਉਂਕਿ ਇਹ ਕੀੜਾ ਯੋਆਬ ਨੇ ਉਹਦੇ ਮਨ ਚ ਪਾਇਆ। ਪਰ ਜਿਸਲੇ ਫੌਜ ਅਦੋਨੀਆ ਦੇ ਘਰ ਵੱਲ ਨੂੰ ਗਈ, ਅਦੋਨੀਆ ਦੌੜਿਆ ਤੇ ਉਹ ਕਹਿੰਦੇ ਕਿ ਲੋਕਾਂ ਨੇ ਪੱਥਰ ਮਾਰ ਮਾਰ ਕੇ ਉਸ ਨੂੰ ਅਧਮੋਆ ਕਰ ਦਿੱਤਾ ਸੀ ਔਰ ਉਹ ਤੇ ਸਿਰਫ ਦਇਆ ਕੀਤੀ ਗਈ ਸੀ ਕਿ ਹੁਣ ਐਟਲੀਸਟ ਇਹ ਮਰ ਜਾਏ, ਇਸ ਨੂੰ ਹੋਰ ਦੁੱਖ ਨਾ ਮਿਲੇ। ਯੋਆਬ ਨੂੰ ਜਿਸ ਵੇਲੇ ਇਹ ਖਬਰ ਪਹੁੰਚੀ ਆ ਤੇ ਹੁਣ ਯੋਆਬ ਨੂੰ ਵੀ ਦੌੜਾਂ ਪੈ ਗਈਆਂ। 30 ਸਾਲ ਦੇ ਵਿੱਚ ਦਾਊਦ ਨੇ ਬਹੁਤ ਕੁਝ ਝੱਲਿਆ, ਯੋਆਬ ਨੇ ਬਹੁਤ ਗਲਤੀਆਂ ਕੀਤੀਆਂ, ਦਾਊਦ ਨੇ ਉਸ ਨੂੰ ਬਹੁਤ ਵਾਰੀ ਮਾਫ ਕੀਤਾ। ਪਰ ਹੁਣ ਇੱਕ ਐਸੀ ਉਹ ਗਲਤੀ ਕਰ ਰਿਹਾ ਜਿਹੜੀ ਪ੍ਰਭੂ ਦੇ ਖਿਲਾਫ ਵੀ ਹੈ। ਸੋ ਹੁਣ ਇੱਕ ਅਸੀਂ ਐਸੀ ਜਗ੍ਹਾ ਦੇਖਣੀ ਹੈ ਕਿ ਉਸਨੇ ਇੱਕ ਐਸਾ ਚੁਣਾਵ ਕਰਨਾ ਹੈ ਜਿਸ ਨੂੰ ਪ੍ਰਭੂ ਨੇ ਸਵੀਕਾਰ ਨਹੀਂ ਕਰਨਾ। ਸੋ ਆਓ ਅਸੀਂ 28 ਆਇਤ ਤੋਂ ਲੈ ਕੇ 28 ਆਇਤ ਤੋਂ ਲੈ ਕੇ ਇਸ ਨੂੰ ਅਸੀਂ 35 ਆਇਤ ਤੱਕ ਦੇਖਾਂਗੇ। ਪਹਿਲਾ ਰਾਜਾ ਦੂਜਾ ਭਾਵ ਪੰਨਾ 496, 28 ਤੋਂ ਲੈ ਕੇ 35 ਤੱਕ, ਜਿਸ ਨੂੰ ਮੈਂ ਪੜ੍ਹਦੀ ਨਹੀਂ ਵੈਸੇ ਜੀ। ਥੈਂਕ ਯੂ। ਜਵਾਬ ਦੀ ਮੌਤ। ਜਵਾਬ ਨੂੰ ਵੀ ਇਸ ਸਭ ਦਾ ਪਤਾ ਲੱਗ ਗਿਆ ਕਿ ਕੀ ਹੋਇਆ ਹੈ। ਉਹ ਅਦੋਨੀਆ ਦੇ ਪਿੱਛੇ ਲੱਗਿਆ ਸੀ। ਬੇਸ਼ੱਕ ਉਸਨੇ ਅਬਸ਼ਲੋਮ ਦੀ ਮਦਦ ਨਹੀਂ ਕੀਤੀ ਸੀ, ਇਸ ਲਈ ਉਸਨੇ ਜਾ ਕੇ ਬੇਦੀ ਦੇ ਸਿੰਘਾਂ ਨੂੰ ਫੜ ਲਿਆ। ਜਦੋਂ ਇਹ ਖਬਰ ਰਾਜਾ ਸੁਲੇਮਾਨ ਕੋਲ ਪਹੁੰਚੀ ਕਿ ਜੋਆਬ ਨੇ ਪਵਿੱਤਰ ਤੰਬੂ ਦੇ ਅੰਦਰ ਜਾ ਕੇ ਬੇਦੀ ਦੇ ਸਿੰਘ ਫੜ ਲਏ ਹਨ, ਤਾਂ ਉਸਨੇ ਜਵਾਬ ਤੋਂ ਪੁੱਛਣ ਘੱਲਿਆ ਕਿ ਉਹ ਬੇਦੀ ਕੋਲ ਕਿਉਂ ਗਿਆ ਹੈ। ਜਵਾਬ ਨੇ ਇਸ ਦਾ ਉੱਤਰ ਦਿੱਤਾ, ਕਿਉਂਕਿ ਮੈਂ ਰਾਜਾ ਸੁਲੇਮਾਨ ਤੋਂ ਡਰ ਗਿਆ ਹਾਂ। ਸੋ ਰਾਜਾ ਸੁਲੇਮਾਨ ਨੇ ਬਨਿਆ ਨੂੰ ਜਵਾਬ ਦਾ ਕਤਲ ਕਰਨ ਘੱਲਿਆ। ਸੋ ਬਨਿਆ ਨੇ ਪਵਿੱਤਰ ਤੰਬੂ ਵਿੱਚ ਜਾ ਕੇ ਜਵਾਬ ਨੂੰ ਕਿਹਾ, ਰਾਜਾ ਦੀ ਆਗਿਆ ਹੈ ਕਿ ਤੂੰ ਬਾਹਰ ਆ ਜਾ। ਪਰ ਜਵਾਬ ਨੇ ਉੱਤਰ ਦਿੱਤਾ, ਨਹੀਂ, ਮੈਂ ਇੱਥੇ ਹੀ ਮਰਾਂਗਾ। ਸੋ ਬਨਿਆ ਨੇ ਜਾ ਕੇ ਰਾਜਾ ਨੂੰ ਦੱਸਿਆ ਕਿ ਜਵਾਬ ਨੇ ਕੀ ਕਿਹਾ ਹੈ। ਰਾਜਾ ਨੇ ਬਨਿਆ ਨੂੰ ਕਿਹਾ, ਨਾ ਤੂੰ ਮੇਰੇ ਕਹੇ ਅਨੁਸਾਰ ਕਰ, ਤੂੰ ਉਸਨੂੰ ਮਾਰ ਕੇ ਦਫਨਾ ਦੇ।
ਇਸ ਤਰ੍ਹਾਂ ਤੂੰ ਮੇਰੇ ਅਤੇ ਮੇਰੇ ਪਿਤਾ ਦੇ ਟੱਬਰ ਤੋਂ ਉਸ ਖੂਨ ਦਾ ਧੱਬਾ ਦੂਰ ਕਰੇਗਾ ਜੋ ਜੋਆਬ ਨੇ ਬੇਦੋਸ਼ੀਆਂ ਨੂੰ ਮਾਰ ਕੇ ਲਾਇਆ ਹੈ। ਨਾਲੇ ਇਸ ਤਰ੍ਹਾਂ ਪ੍ਰਭੂ ਜੋਆਬ ਨੂੰ ਉਸ ਦੇ ਉਹਨਾਂ ਕਤਲਾਂ ਦੀ ਸਜ਼ਾ ਦੇਵੇਗਾ ਜੋ ਉਸਨੇ ਮੇਰੇ ਪਿਤਾ ਦੀ ਜਾਣਕਾਰੀ ਤੋਂ ਬਿਨਾਂ ਕੀਤੇ ਸਨ। ਉਸਨੇ ਉਹਨਾਂ ਦੋਹਾਂ ਮਨੁੱਖਾਂ ਨੂੰ ਕਤਲ ਕੀਤਾ ਜੋ ਉਸ ਤੋਂ ਅਧਿਕ ਭਲੇ ਸਨ, ਅਰਥਾਤ ਨੇਰ ਦਾ ਪੁੱਤਰ ਅਬਨੇਰ ਜੋ ਇਸਰਾਇਲ ਦਾ ਸੈਨਾਪਤੀ ਸੀ, ਅਤੇ ਯਥਰ ਦਾ ਪੁੱਤਰ ਅਮਾਸਾ ਜੋ ਯਹੂਦਾ ਦਾ ਸੈਨਾਪਤੀ ਸੀ। ਸੋ ਉਹਨਾਂ ਦਾ ਖੂਨ ਹਮੇਸ਼ਾ ਤੱਕ ਜੋਆਬ ਅਤੇ ਉਸ ਦੀ ਸੰਤਾਨ ਦੇ ਸਿਰ ਹੋਵੇਗਾ। ਪਰ ਦਾਊਦ ਅਤੇ ਉਸ ਦੀ ਸੰਤਾਨ ਨੂੰ ਹਮੇਸ਼ਾ ਪ੍ਰਭੂ ਅਸੀਸਤ ਕਰੇਗਾ ਜੋ ਉਸ ਦੀ ਰਾਜਗੱਦੀ ਉੱਤੇ ਬੈਠੇਗੀ। ਸੋ ਬਨਿਆਰ ਨੇ ਪਵਿੱਤਰ ਤੰਬੂ ਵਿੱਚ ਜਾ ਕੇ ਪ੍ਰਭੂ ਦੇ ਸਾਹਮਣੇ ਜੋਆਬ ਨੂੰ ਕਤਲ ਕੀਤਾ ਅਤੇ ਉਸਨੂੰ ਉਸਦੇ ਆਪਣੇ ਘਰ ਵਿੱਚ ਖੁੱਲੇ ਮੈਦਾਨ ਵਿੱਚ ਦਫਨਾ ਦਿੱਤਾ। ਤਦ ਰਾਜਾ ਸੁਲੇਮਾਨ ਨੇ ਯਹੋਜਾਦਾ ਦੇ ਪੁੱਤਰ ਬਨਿਆਰ ਨੂੰ ਸੈਨਾਪਤੀ ਬਣਾਇਆ ਅਤੇ ਸਦੂਕ ਨੂੰ ਅਬਿਆਤਾਰ ਦੀ ਥਾਂ ਪ੍ਰੋਹਤ ਬਣਾਇਆ। ਆਮੀਨ। ਸੋ ਹੁਣ ਅਸੀਂ ਇਹ ਦੇਖਦੇ ਪਏ ਹਾਂ ਕਿ ਉਸਨੇ ਆਲਰੇਡੀ ਪ੍ਰੋਹਤ ਨੂੰ ਘੱਲ ਦਿੱਤਾ ਘਰ, ਉਸਨੂੰ ਆਲਰੇਡੀ। ਸੋ ਅਸੀਂ ਇੱਥੇ ਦੇਖਦੇ ਪਏ ਹਾਂ ਕਿ ਅਬਿਆਸਾਰ ਏਲੀ ਦਾ ਪੁੱਤਰ ਸੀ ਔਰ ਏਲੀ ਦੇ ਪਰਿਵਾਰ ਚੋਂ ਕੱਲਾ ਬਚਿਆ ਸੀ ਔਰ ਦਾਊਦ ਨੇ ਉਸਨੂੰ ਬਚਾਇਆ ਸੀ। ਲੇਕਿਨ ਜਿਸਲੇ ਉਸਨੇ ਵੀ ਇਹ ਚੁਣਿਆ ਕਿ ਨਹੀਂ, ਯੋਆਬ ਦੇ ਪਿੱਛੇ ਲੱਗ ਗਿਆ, ਉਸਨੇ ਇਹ ਚੁਣਿਆ ਕਿ ਨਹੀਂ, ਅਸੀਂ ਉਹਨੂੰ ਰਾਜਾ ਨਹੀਂ ਬਣਾਉਣਾ ਜਿਸ ਨੂੰ ਪ੍ਰਭੂ ਨੇ ਚੁਣਿਆ, ਅਸੀਂ ਉਸਨੂੰ ਰਾਜਾ ਬਣਾਉਣਾ ਜੋ ਅਸੀਂ ਸਮਝਦੇ ਹਾਂ ਠੀਕ। ਔਰ ਉਸਨੇ ਕਿਹਾ ਮੈਂ ਤੈਨੂੰ ਮਾਰਨਾ ਤਾਂ ਨਹੀਂ, ਕਿਉਂਕਿ ਤੂੰ ਪ੍ਰਭੂ ਦੀ ਬੇਦੀ ਦੀ ਸੇਵਾ ਕੀਤੀ ਹੈ, ਇਸ ਕਰਕੇ ਮੈਂ ਤੈਨੂੰ ਮਾਰਨਾ, ਪਰ ਤੂੰ ਆਪਣੇ ਘਰ ਚਲਿਆ ਔਰ ਮੁੜ ਕੇ ਜਰੂਸਲਮ ਨਾ। ਉਸ ਤੋਂ ਬਾਅਦ ਜਿਸਲੇ ਯੋਆਬ ਦੀ ਵਾਰੀ ਆਈ ਤਾਂ ਸਿਰਫ ਇੱਕ ਬੇਗੁਨਾਹ ਬੰਦਾ ਜਾ ਕੇ ਬੇਦੀ ਦੇ ਸਿੰਘ ਫੜ ਸਕਦਾ। ਉਸਨੇ ਕੋਈ ਗੁਨਾਹ ਨਹੀਂ ਕੀਤਾ, ਉਸ ਨੂੰ ਉੱਤੇ ਉਹ ਜੁਰਮ ਥੋਪਿਆ ਗਿਆ ਜਿੱਦਾਂ ਕਿਸੇ ਨੂੰ ਮਾਰ ਕੇ ਉਹਦਾ ਹਥਿਆਰ ਲਿਆ ਕੇ ਉਹਦੇ ਘਰ ਸੁੱਟ ਦਿੱਤਾ ਗਿਆ, ਤੇ ਜਿਸ ਵੇਲੇ ਸੈਨਾ ਗਈ ਆ ਤੇ ਉਹ ਹਥਿਆਰ ਉਹਦੇ ਘਰੋਂ ਮਿਲਿਆ ਤੇ ਉਸ ਬੰਦੇ ਨੂੰ ਪਤਾ ਵੀ ਨਹੀਂ ਕਿ ਇਹ ਹਥਿਆਰ ਮੇਰੇ ਘਰ ਕਿੱਦਾਂ ਆਇਆ, ਔਰ ਉਸਨੂੰ ਪਤਾ ਮੈਂ ਬੇਗੁਨਾਹ ਹਾਂ। ਔਰ ਉਹ ਜਾ ਕੇ ਜਿਸਲੇ ਬੇਦੀ ਦੇ ਸਿੰਘ ਫੜਦਾ ਸੀ ਤਾਂ ਉਸ ਨੂੰ ਕਿਹਾ ਜਾਂਦਾ ਸੀ ਠੀਕ ਆ, ਤੈਨੂੰ ਅਸੀਂ ਉਸ ਸ਼ਹਿਰ ਦੇ ਵਿੱਚ ਘੱਲ ਰਹੇ ਹਾਂ ਜਿਹੜਾ ਚੁਣਿਆ ਗਿਆ ਕਿ ਜਿੱਥੇ ਤੈਨੂੰ ਮਾਰਿਆ ਨਹੀਂ ਜਾਏ, ਪਰ ਤੂੰ ਉਸੇ ਸ਼ਹਿਰ 'ਚ ਰਹਿਣਾ ਜਦ ਤੱਕ ਕਿ ਅਸੀਂ ਇਹ ਸਾਰੀ ਚੀਜ਼ ਦੇਖ ਨਾ ਲਈਏ। ਪਰ ਇਸਨੇ ਤੇ ਇਹਨਾਂ ਦੋਨਾਂ ਨੂੰ ਮਾਰਿਆ। ਜਿਸਲੇ ਦਾਊਦ ਅਬਨੇਰ ਦਾਊਦ ਦੇ ਕੋਲ ਆਇਆ ਤਾਂ ਉਸਨੇ ਕਿਹਾ ਕਿ ਤੂੰ ਯਹੂਦਾ ਦੇ ਵਿੱਚ ਹੁਣ ਰਾਜ ਕਰਦਾ, ਮੈਂ ਪਹਿਲੇ 7 ਸਾਲ ਉਸਨੇ ਸਿਰਫ ਯਹੂਦਾ ਤੇ ਰਾਜ ਕੀਤਾ ਤੇ ਤੂੰ ਸਿਰਫ ਯਹੂਦਾ ਤੇ ਰਾਜ ਕਰਦਾ ਪਿਆ, ਮੈਂ ਸਾਰੇ ਬਜ਼ੁਰਗ ਇਕੱਠੇ ਕਰਦਾ ਬਾਕੀ ਦੇ 11 ਕਬੀਲਿਆਂ ਤੋਂ, ਬੇਸਿਕਲੀ 10 ਕਬੀਲਿਆਂ ਤੋਂ, ਸ਼ਿਮਯੋਨ ਤੱਕ ਉਹਨਾਂ ਦੇ ਨਾਲ ਹੀ ਸੀ ਨਾ, ਸਿਮਯੋਨ ਦਾ ਕਬੀਲਾ ਤਾਂ ਵਿੱਚ ਹੀ ਸੀ, ਮੈਂ ਬਾਕੀ ਦੇ ਕਬੀਲੇ ਇਕੱਠੇ ਕਰਦਾ। ਔਰ ਜਿਸ ਲਈ ਅਸੀਂ ਕਹਿੰਦੇ ਸਿਮਯੋਨ ਦਾ ਕਬੀਲਾ, ਤੇ ਅਸੀਂ ਇਸ ਤਸਵੀਰ ਨੂੰ ਦੇਖ ਰਹੇ। ਇੱਕ ਮਿੰਟ ਮੇਰੇ ਨਾਲ, ਸੋ ਅਸੀਂ ਜਿਸ ਵੇਲੇ ਕਹਿੰਦੇ ਕਿ ਸਿਮਯੋਨ ਦਾ ਕਬੀਲਾ ਤਾਂ ਉਹਨਾਂ ਦੇ ਨਾਲ ਸੀ, ਕਿਉਂਕਿ ਸਿਮਯੋਨ ਦਾ ਕਬੀਲਾ ਯਹੂਦਾ ਦੇ ਕਬੀਲੇ ਦੇ ਗੱਭੇ ਸੀ। ਸੋ ਦਾਊਦ ਦਾ ਜਿਹੜਾ ਰਾਜ ਸੀ ਉਹ ਸਿਰਫ ਇਸ ਇਲਾਕੇ ਤੇ ਸੀ ਔਰ ਹੈਬਰੋਨ ਇੱਥੋਂ ਉਹ ਰਾਜ ਕਰਦਾ ਸੀ। ਬਾਕੀ ਦੇ ਸਾਰੇ ਇਲਾਕੇ ਜਿੰਨੇ ਵੀ ਅਸੀਂ ਆ ਦੇਖਦੇ ਪਏ ਆ, ਆਹ ਇਹਨਾਂ ਦੇ ਉੱਤੇ ਜਿਹੜਾ ਰਾਜ ਸੀ ਉਹ ਹਾਲੇ ਵੀ ਸਾਊਲ ਦੇ ਇੱਕ ਪੁੱਤਰ ਦਾ ਰਾਜ ਸੀ। ਔਰ ਸਾਊਲ ਦਾ ਪੁੱਤਰ ਨੇ ਆਪਣੇ ਜਿਹੜਾ ਉਸ ਅਬਨੇਰ ਜਿਹੜਾ ਉਸਦਾ ਸੈਨਾਪਤੀ ਸੀ, ਬੇਸਿਕਲੀ ਸੈਨਾਪਤੀ ਰਾਜ ਕਰਦਾ ਸੀ, ਉਹ ਤਾਂ ਪਪਟ ਰਾਜਾ ਸੀ, ਤੇ ਉਸਨੂੰ ਕਿਹਾ ਕਿ ਤੂੰ ਮੇਰੇ ਬਾਪ ਦੀ ਜਿਹੜੀ ਰਾਜਾ ਸਾਊਲ ਦੀ ਜਿਹੜੀ ਤੂੰ ਰਖੇਲ ਆਪਣੇ ਕੋਲ ਰੱਖੀ ਹੋ, ਕਿਉਂ ਰੱਖੀ ਹੋ, ਤੂੰ ਆਪਣੇ ਆਪ ਨੂੰ ਰਾਜਾ ਸਮਝਦਾ ਸੀ। ਅਸੀਂ ਉੱਥੋਂ ਸਮਝਦੇ ਕਿ ਉਹ ਕਿਉਂ ਰਖੇਲ ਲੈਣ ਆਇਆ ਸੀ, ਤੂੰ ਆਪਣੇ ਆਪ ਨੂੰ ਰਾਜਾ ਸਮਝਦਾ ਜਿਹੜਾ ਤੂੰ ਰੱਖੀ ਹੈ। ਉਸਨੇ ਕਿਹਾ ਮੈਂ ਤੇਰੇ ਲਈ ਕੀ ਕੁਛ ਨਹੀਂ ਕੀਤਾ, ਤੇਰਾ ਰਾਜ ਜੇ ਬਣਿਆ ਤੇ ਅੱਜ ਇਸੇ ਕਰਕੇ ਬਣਿਆ। ਸੋ ਫਿਰ ਉਹ ਅਬਨੇਰ ਜਿਹੜਾ ਸੀਗਾ ਉਹ ਰਾਜਾ ਦਾਊਦ ਦੇ ਕੋਲ ਆਇਆ
उसने कहा मैं सारे कबीले इकट्ठे कर दा, सारिया कबीलियां दे सरदार ऐशर, नफ्ताली, मनेसा, गाद, रब्यून, एफराइम, बिन्यामीन, दान, ये सारे कबीलियां दे जेड़े जेड़े हैगे ज़बूलून ते इसखार, इन्हां सारियां नूं मैं इकट्ठे कर दा, बजुर्गां नूं लैके आउणा, क्योंकि वो सारे तेनू राजा बनाउणा मंगदे। ते दाऊद ने कहा ठीक है, तू उन्हां नूं लिया। लेकिन जिस वेले जोआब ने देखा कि जे एहे उन्हां नूं लै आया, जे एहे उन्हां नूं लै आया ते मैनू राज मैनू मैं तां सैनापति नहीं रहना, मैं तां नंबर 2 बन जाना। सो उसने अबनेर नूं मार दिता, अबनेर नूं धोखे दे नाल उसने मार दिता। सो असीं ये देखते पे उसे तरह जिस वेले दाऊद दौड़ा सीगा ते आहा जिहड़ा सारा इलाका सी हुण उसदे पुत्र अबशलोम दे विच कोल सी, और दाऊद जिहड़ा दौड़ के ओ मनियाहम दे इलाके दे विच गया सी। और जिस वेले मनियाहम दे इलाके दे विच उन्होंने मनियाहम दे इलाके तो फौज ने हमला किया, जरदन टप के हमला किया ते एफराइम दे जंगलां दे विच उसदा पुत्र जिहड़ा सी ओ मारिया गया। सो हाले भी जिहड़ा अमासा जिहड़ा एबशलोम दा सेनापति सीगा वो हाले भी यहूदा दे विच सी। और हुण असीं एक चीज देखते हैं कि मेरे नाल अगर तुसीं आ जाओ दूजा सैमुएल, दूजा सैमुएल, और हुण उसका 19वां भाव 476 पन्ना, क्योंकि हुण दाऊद संधि करना मंगदा, दाऊद जरूरत तो ज्यादा जंग नहीं करनी मंगदा, क्योंकि जोआब ऑलरेडी काना है। जोआब ने अबनेर नूं मारिया जो अननेसेसरी सी, जो धोखा सी। और हुण जिस वेले जंग दूसरे पासे नूं हो के हटी आ कि बाकी दे सारे कबीले दाऊद नूं अपना राजा मानते पे आ, और दाऊद ने देखा क्यों जंग करनी, क्यों अननेसेसरी जंग करनी, क्योंकि अबशलोम दी एक धी भी सीगी, और जेड़ा शमई सी सॉरी अमासा सी उसदी धी नूं गद्दी दे उत्ते बिठा के जंग कर सकदा सी। तो उसने अमासा नूं कहा खून नहीं हुण बहाउणा, हुण बस बहुत हो गया, मैं तेनू एक प्रोपगेशन, मैं तेनू एक औहदा देना, आओ इसनू खत्म करिए। सो कोई जाना 11 आयत तो लैके इसदी 14 आयत तक पढ़े। मैं पढ़ देनी पास्टर जी। गो अहेड मेरी बहन। तद इजराइलियां बारे ਇਹ ਖਬਰ ਰਾਜਾ ਕੋਲ ਵੀ ਪਹੁੰਚ ਗਈ ਕਿ ਉਹ ਉਸ ਨੂੰ ਵਾਪਸ ਸੱਦਣਾ ਚਾਹੁੰਦੇ ਹਨ। ਇਸ ਲਈ ਰਾਜਾ ਨੇ ਪ੍ਰੋਹਤ ਸਦੋਕ ਅਤੇ ਅਬਸ਼ਤਾਰ ਨੂੰ ਇਹ ਕਹਿ ਕੇ ਯਹੂਦਾ ਦੇ ਆਗੂਆਂ ਕੋਲ ਕੱਲਿਆ, ਰਾਜਾ ਨੂੰ ਵਾਪਸ ਮਹਿਲ ਵਿੱਚ ਲਿਆਉਣ ਵਿੱਚ ਤੁਸੀਂ ਕਿਉਂ ਪਿੱਛੇ ਰਹਿ ਰਹੇ ਹੋ? ਤੁਸੀਂ ਤਾਂ ਮੇਰੀ ਆਪਣੀ ਹੱਡੀ ਤੇ ਮਾਸ ਹੋ, ਫਿਰ ਤੁਸੀਂ ਮੈਨੂੰ ਵਾਪਸ ਸੱਦਣ ਵਿੱਚ ਕਿਉਂ ਢਿੱਲ ਕਰ ਰਹੇ ਹੋ? ਰਾਜਾ ਦਾਊਦ ਨੇ ਮਾਸਾ ਨੂੰ ਕਿਹਾ, ਤੂੰ ਮੇਰਾ ਆਪਣਾ ਸਕਾ ਸੰਬੰਧੀ ਹੈ ਅਤੇ ਮੈਂ ਤੈਨੂੰ ਯੋਆਬ ਦੀ ਥਾਂ ਤੇ ਆਪਣਾ ਸੈਨਾਪਤੀ ਥਾਪ ਰਿਹਾ ਹਾਂ। ਜੇਕਰ ਮੈਂ ਇਸ ਤਰ੍ਹਾਂ ਨਾ ਕਰਾਂ ਤਾਂ ਪਰਮੇਸ਼ਰ ਮੇਰਾ ਪਹਿਲੇ ਤੋਂ ਵੀ ਵੱਧ ਬੁਰਾ ਹਾਲ ਕਰੇ। ਦਾਊਦ ਦੇ ਇਹਨਾਂ ਸ਼ਬਦਾਂ ਨੇ ਯਹੂਦਾ ਦੇ ਸਾਰੇ ਲੋਕਾਂ ਨੂੰ ਆਪਣੀ ਵੱਲ ਜਿੱਤ ਲਿਆ। ਇਸ ਲਈ ਉਹਨਾਂ ਨੇ ਦਾਊਦ ਕੋਲ ਇਹ ਸੁਨੇਹਾ ਘੱਲਿਆ, ਤੂੰ ਆਪਣੇ ਸਭ ਅਧਿਕਾਰੀਆਂ ਸਮੇਤ ਵਾਪਸ ਆ ਜਾ। ਅਮਾਸਾ ਜਿਹੜਾ ਸੀ, he was a good man, he was a good man। और जिसले दाऊद ने कहा कि मैं योआब दी थां ते तैनू थापदा, ते योआब नूं ओही हत्थां पैरां दीयां फे पै गईयां, और योआब दे कोल इक्को ही रस्ता सी कि जिद्दां उसने अबनेर नूं धोखे दे नाल मारिया सी, उसे तरह उसने अमासा नूं धोखे दे नाल मारिया, ताकि वह सैनापति बनिया रह सके। जोआब जानदा सी कि प्रभु ने सुलेमान जिहड़ा दिता आ, वो सब नूं पता आ कि राजा दाऊद इन्ना समान इकट्ठा करदा पिया, सोना चांदी ब्रॉन्ज सारियां चीजां इकट्ठियां करदा पिया, लक्कड़ काठ सारे पत्थर घड़ घड़ के उसने सारे तैयार करके रखे हो।
ਤਾਂ ਕਿ ਉੱਥੇ ਥੋੜੀ ਤੇ ਛੈਣੇ ਦੀ ਜਿਸ ਲਈ ਪ੍ਰਭੂ ਦਾ ਘਰ ਬਣੇ ਤਾਂ ਬਣੀਆਂ ਬਣਾਈਆਂ ਚੀਜ਼ਾਂ ਜਾ ਕੇ ਟਿਕਾਈਆਂ ਜਾਣ ਔਰ ਉਹ ਬਣ ਜਾਏ। ਜਿੱਦਾਂ ਮੈਂ ਤੁਹਾਨੂੰ ਉਦਾਹਰਨ ਦਿੱਤੀ ਸੀ ਕਿ ਜਿਸ ਲਈ ਆਈਕਿਆ ਦੇ ਵਿੱਚੋਂ ਅਸੀਂ ਫਰਨੀਚਰ ਖਰੀਦਦੇ, ਅਸੀਂ ਕੁਰਸੀ ਬਣਾਉਂਦੇ ਨਹੀਂ, ਅਸੀਂ ਕੁਰਸੀ ਜੋੜਦੇ। ਸੋ ਇਸੇ ਤਰ੍ਹਾਂ ਸਭ ਕੁਝ ਦਾਊਦ ਨੇ ਤਿਆਰ ਕਰਕੇ ਰੱਖਿਆ ਸੀ। ਸੋ ਦਾਊਦ ਕਰ ਕਿਉਂ ਨਹੀਂ ਰਿਹਾ ਸੀ? ਦਾਊਦ ਨੇ ਦੱਸਿਆ ਸੀ ਕਿ ਮੈਂ ਨਹੀਂ ਕਰ ਸਕਦਾ, ਪ੍ਰਭੂ ਨੇ ਮੈਨੂੰ ਆਗਿਆ ਨਹੀਂ ਦਿੱਤੀ। ਕਿਉਂ? ਕਿਉਂਕਿ ਮੈਂ ਖੂਨ ਬਹਾਇਆ। ਕਿਹਦਾ ਖੂਨ ਬਹਾਇਆ? ਬਤਸ਼ੀਬਾ ਦੀ ਪਤੀ ਦਾ ਖੂਨ ਬਹਾਇਆ। ਉਹ ਮੇਨ ਸੀ ਚੀਜ਼। ਪ੍ਰਭੂ ਨੇ ਇਹ ਬਰਕਤ ਜਿਹੜੀ ਦਿੱਤੀ ਆ ਉਹ ਬਤਸ਼ੀਬਾ ਦੇ ਪੁੱਤਰ ਨੂੰ ਦਿੱਤੀ। ਉਹ ਮੇਰੇ ਲਈ ਮੰਦਰ ਬਣਾਇਆ। ਕਿ ਜਵਾਬ ਨੂੰ ਇਸ ਚੀਜ਼ ਦਾ ਪਤਾ ਨਹੀਂ? ਪਤਾ ਸੀ। ਪਰ ਸੋਲੋਮਨ ਦੇ ਉੱਤੇ, ਸੋਲੋਮਨ ਨੂੰ ਆਪਣੀਆਂ ਉਂਗਲਾਂ ਤੇ ਨਹੀਂ ਨਚਾ ਸਕਦਾ ਸੀ, ਪਰ ਉਸਦੇ ਦੂਸਰੇ ਪੁੱਤਰ ਨੂੰ ਆਪਣੀਆਂ ਉਂਗਲਾਂ ਤੇ ਨਚਾ ਸਕਦਾ ਸੀ। ਜੋ ਜਵਾਬ ਦੇ ਮਨ ਦੇ ਵਿੱਚ ਫੇਰ ਉਹ ਹੈ ਚੀਜ਼, ਮੈਂ ਬਣਿਆ ਰਹਾਂ। ਸੋ ਜਿਸ ਵੇਲੇ ਹੁਣ ਉਸਨੇ ਜਾ ਕੇ ਪ੍ਰਭੂ ਦੇ ਘਰ ਦੇ ਵਿੱਚ ਉਸਨੇ ਵੇਦੀ ਦੇ ਸਿੰਘ ਫੜੇ ਆ। ਸਿੰਘਾਂ ਦੀ ਮਤਲਬ ਹੁੰਦੀ ਤਾਕਤ, ਕਿ ਮੈਂ ਆਪਣੇ ਆਪ ਨੂੰ ਪ੍ਰਭੂ ਦੀ ਤਾਕਤ ਦੇ ਥੱਲੇ ਛੁਪਾਉਣਾ, ਕਿਉਂਕਿ ਮੈਂ ਗੁਨਾਹ ਨਹੀਂ ਕੀਤਾ। ਤੋ ਆਪਣੇ ਆਪ ਨੂੰ ਜਿਹੜਾ ਹੈਗਾ ਕੰਡੈਮ ਉਹ ਆਪ ਕਰਦਾ ਪਿਆ, ਔਰ ਪ੍ਰਭੂ ਦੇ ਲਈ ਉਹ ਘਿਰਣਾ ਯੋਗ ਆ ਕਿ ਉਹ ਬੇਦੀ ਨੂੰ ਹੱਥ ਵੀ ਲਾ ਰਿਹਾ। ਸੋ ਜਿਸ ਵੇਲੇ ਉਸ ਨੂੰ ਮਾਰਿਆ ਗਿਆ ਤਾਂ ਉਸ ਦੀ ਸਜ਼ਾ ਪ੍ਰਭੂ ਨੇ ਮਾਰਨ ਵਾਲੇ ਨੂੰ ਨਹੀਂ ਦਿੱਤੀ, ਬਲਕਿ ਮਰਨ ਵਾਲੇ ਨੂੰ ਦਿੱਤੀ। ਮਰਨ ਵਾਲੇ ਨੂੰ ਦਿੱਤੀ। ਅਗਰ ਉਹ ਬੇਗੁਨਾਹ ਹੁੰਦਾ ਤਾਂ ਅਗਰ ਉਸ ਦਾ ਕੋਈ ਸਿਰ ਦੇ ਵਾਲ ਨੂੰ ਵੀ ਛੂੰਦਾ ਤੇ ਪ੍ਰਭੂ ਨੇ ਉਹ ਸਜ਼ਾ ਮਾਰਨ ਵਾਲੇ ਨੂੰ ਔਰ ਉਸਦੇ ਪਰਿਵਾਰ ਨੂੰ ਤੇ ਉਸ ਨੂੰ ਉਹ ਹੁਕਮ ਦੇਣ ਵਾਲੇ ਨੂੰ ਦੇਣੀ ਸੀ। ਲੇਕਿਨ ਹੁਣ ਉਹ ਸਜ਼ਾ ਨਹੀਂ ਮਿਲਦੀ ਪਈ। ਕਿਉਂ ਨਹੀਂ ਮਿਲਦੀ ਪਈ? ਕਿਉਂਕਿ ਜਵਾਬ ਨੇ ਘਿਨੌਣੇ ਕੰਮ ਕੀਤੇ। ਜਵਾਬ ਨੇ ਆਪਣਾ ਅਹੁਦਾ ਰੱਖਣ ਦੇ ਲਈ, ਉਸਨੇ ਆਪਣਾ ਅਹੁਦਾ ਬਣਾਉਣ ਦੇ ਲਈ ਭਲੇ ਕੰਮ ਨਹੀਂ ਕੀਤੇ ਤਾਂ ਕਿ ਦਾਊਦ ਕਹਿ ਸਕੇ ਕਿ ਤੂੰ ਇਸ ਦੇ ਯੋਗ ਆ। ਉਸਨੇ ਜਿਹੜਾ ਵੀ ਉਸ ਤੋਂ ਉੱਤੇ ਚੜਨ ਦੀ ਜਿਹਨੇ ਵੀ ਕੋਸ਼ਿਸ਼ ਕੀਤੀ, ਉਸਨੇ ਉਸ ਦੀਆਂ ਲੱਤਾਂ ਖਿੱਚੀਆਂ, ਔਰ ਲੱਤਾਂ ਹੀ ਨਹੀਂ ਖਿੱਚੀਆਂ, ਉਸਨੇ ਉਸ ਨੂੰ ਜਾਨ ਤੋਂ ਹੀ ਮਾਰ ਦਿੱਤਾ। ਉਸ ਨੂੰ ਜਾਨ ਤੇ ਮਾਰ ਦਿੱਤਾ। ਔਰ ਗੁੱਡ ਐਗਜ਼ਾਮਪਲ ਇਹ ਬਜ਼ੁਰਗ ਦਿੰਦੇ ਰਹਿੰਦੇ ਆ। ਉਹ ਕਹਿੰਦੇ ਹੁੰਦੇ ਦੋ ਤਰ੍ਹਾਂ ਤੁਸੀਂ ਉੱਚੇ ਹੋ ਸਕਦੇ, ਆਪਣੇ ਕੱਦ ਵਿੱਚ ਉੱਚੇ ਹੋ ਸਕਦੇ, ਜਾਂ ਤਾਂ ਤੁਹਾਡਾ ਕੱਦ ਪ੍ਰਭੂ ਉੱਚਾ ਕਰ ਦੇਵੇ ਤਾਂ ਤੁਸੀਂ ਉੱਚੇ ਆ, ਤੇ ਜਾਂ ਜਿਹਦਾ ਕੱਦ ਤੁਹਾਡੇ ਤੋਂ ਉੱਚੇ ਤੁਸੀਂ ਉਸ ਦੀਆਂ ਲੱਤਾਂ ਵੱਢ ਦਿਓ ਤਾਂ ਤੁਹਾਡਾ ਕੱਦ ਉੱਚਾ। ਇਹ ਕੰਮ ਯੋਆਬ ਨੇ ਕੀਤਾ, ਔਰ ਇਸ ਕਰਕੇ ਪ੍ਰਭੂ ਨੇ ਉਸ ਨੂੰ ਸਜ਼ਾ ਵੀ ਆਪਣੀ ਹਜ਼ੂਰੀ ਦੇ ਵਿੱਚ ਮਿਲਣ ਦਿੱਤੀ। ਔਰ ਹੁਣ ਕਿਉਂਕਿ ਦਾਊਦ ਚੁੱਪ ਰਿਹਾ, ਦਾਊਦ ਨੇ ਕਿਉਂ ਕਿਹਾ ਸੀ ਉਸਦਾ ਗੁਨਾਹ ਮੇਰੇ ਸਿਰ ਤੇ ਆ? ਕਿਉਂਕਿ ਦਾਊਦ ਚੁੱਪ ਸੀ। ਅਬਨੇਰ ਦੀ ਮੌਤ ਤੋਂ ਬਾਅਦ ਦਾਊਦ ਯੋਆਬ ਨੂੰ ਸਜ਼ਾ ਨਹੀਂ ਦਿੱਤੀ। ਦਾਊਦ ਦਿਆਲੂ ਸੀ, ਉਹਦੇ ਅੰਦਰ ਕੰਪੈਸ਼ਨ ਸੀ, ਉਹ ਚਰਵਾਹਾ ਸੀ। ਉਸਨੇ ਉਸ ਨੂੰ ਸਜ਼ਾ ਨਹੀਂ ਦਿੱਤੀ। ਜਿਸ ਲਈ ਉਸਨੇ ਅਬਸ਼ਾਲੋਮ ਨੂੰ ਮਾਰਿਆ, ਉਸਨੇ ਸਜ਼ਾ ਨਹੀਂ ਦਿੱਤੀ। ਜਿਸ ਲਈ ਉਸਨੇ ਅਮਾਸਾ ਨੂੰ ਮਾਰਿਆ, ਉਸਨੇ ਸਜ਼ਾ ਨਹੀਂ ਦਿੱਤੀ। ਇਸ ਕਰਕੇ ਉਹਨਾਂ ਤਿੰਨਾਂ ਦੀ ਜਿਹੜੀ ਸਜ਼ਾ ਸੀ ਉਹ ਦਾਊਦ ਦੇ ਸਿਰ ਤੇ ਸੀ। ਔਰ ਦਾਊਦ ਨੇ ਕਿਹਾ ਕਿ ਇਸ ਨੂੰ ਆਪਣੀ ਮੌਤ ਨਾ ਮਰਨ ਦੇ। ਜੇ ਇਹ ਆਪਣੀ ਮੌਤ ਮਰ ਗਿਆ ਤੇ ਫਿਰ ਉਹ ਸਜ਼ਾ ਸਦਾ ਮੇਰੇ ਤੇ ਔਰ ਮੇਰੇ ਪਰਿਵਾਰ ਤੇ ਰਹੇਗੀ।
ਇਹ ਸਜ਼ਾ ਇਸ ਨੂੰ ਪ੍ਰਭੂ ਦੇ ਸਾਹਮਣੇ ਇਹਨੂੰ ਦੱਸ ਕੇ ਕਿ ਇਸਨੇ ਕੀ ਗਲਤੀ ਕੀਤੀ ਹੈ, ਇਹ ਸਜ਼ਾ ਇਹਨੂੰ ਮਿਲਣੀ ਚਾਹੀਦੀ ਤਾਂ ਕਿ ਸਜ਼ਾ ਇਹਦੇ ਤੇ ਔਰ ਇਹਦੇ ਪਰਿਵਾਰ ਤੇ ਰਹੇ। ਮੈਂ ਇਸ ਨੂੰ ਸਜ਼ਾ ਨਹੀਂ ਦਿੱਤੀ ਕਿਉਂਕਿ ਇਸਨੇ ਮੇਰੇ ਨਾਲ ਭਲਾਈ ਕੀਤੀ ਸੀ, ਪਰ ਤੇਰੇ ਨਾਲ ਪੁੱਤਰ ਇਸਨੇ ਬੁਰਾਈ ਕੀਤੀ ਹੈ। इसने तेरी मौत चाहिए और तू राजा है और ये देशद्रोह, सो इसकी सजा तू दे सकता। सो मैं तुहानू उन्हां सारे सवालों के जवाब दे दिते जिहड़े लोग ये हिस्से पढ़ के सवाल करते कि उसनू प्रभु की हजूरी दे विच क्यों मारिया गया, उसनू योआब तां इन्ना चिर राजा दाऊद दे नाल रहा, उसनू रिटायर क्यों नहीं कर दिता गया, भरा नू एक सिंपल रखैल दी तां गल सी, रखैल नहीं है, रखैलां दे पुत्र भी राजे बने, रखैलां दे पुत्र भी राजे बने। सो जो घराने दे विच आ गई उसकी एक इज्जत आ, उसका ना राजे नाल बचदा। सो इस चीज नूं हमेशा या गां जाके इन्हां चीज़ां नूं असीं खोल के देखांगे। आओ हुण शमई, तुहानूं पता डी धुद्दड़ उडाउंदा पिया सीगा, घट्टा उडाउंदा पिया सी, दाऊद दे बट्टे मारदा पिया सी, सराफ दिंदा पिया सी, और जिसले दाऊद वापस आया तो फिर माफी मंगण दे लई उसने अपना जमीन ते लेट गया, मैं गलती की है। दाऊद ने क्या उस वेले शमई दे लई जोआब ते उहदे भरा ने क्या सी इहदा सिर कलम कर दे। दाऊद ने क्या इजराइल च कोई नहीं, बहुत मैं मौत देख ली, मेरा पुत मरिया, अज अबशलोम मरिया, मेरे बहुत सारे पुत मरे, दोनों पासियां तो मेरे पुत्र ही से जिहड़े मरे। और प्रभु की अग जो स्वर्ग तो आई है उसने बहुत सारे साड़ के मारे, अज नहीं। अज जिन्हें भला किया उसनों इनाम मिलेगा, जिसने बुरा किया उसनों माफी मिलेगी। पर एक ऐसा कंडा आ जिसने दाऊद की मौत तो बाद सिर कढ़ना ही कढ़ना, सिर कढ़ना ही कढ़ना। सो दाऊद ने अपने पुत्र नूं दस दिता कि शमई नूं रहण ना दे, शमई नूं रहण ना दे, उसनूं तू सजा दे, मैं नहीं दित्ती सी पर तू सजा दे। सो आओ असीं हुण देखांगे 36 तो लैके 46 तक जिसनूं मिल शमई दी मौत। तद राजा सुलेमान ने शमई नूं सद्दिया ते कहा, तू यरूशलेम विच अपने लिए एक घर बना अते इत्थे टिक के रह, तू इत्थों होर किते नहीं जावेगा। जिस दिन तू किदरोन दी वादी तो अगे लंघेगा तां तू उस दिन मारिया जावेगा, तू आप अपने खून दा जिम्मेवार होवेगा। शमई ने उत्तर दिता, महाराज ठीक है, मैं तुहाडा दास तुहाडे कहे अनुसार करांगा। सो शमई लंबे समय तक यरूशलेम विच रहा, पर 3 सालां दे पिछों शमई दे 2 गुलाम नठ के गठ दे राजा मकाह दे पुत्र अकीश कोल चले गए। जदों इस संबंध विच शमई नूं दस्सिया गया तां उसने तुरंत अपने गधे उत्ते काठी पाई ते अपने गुलामां नूं लभण लई राजा अकीश कोल जाण लई गठ वल चल पिया। उसदे गुलाम उसनूं मिल गए, जिन्हां नूं लैके ओह वापस यरूशलेम विच आ गया। फिर जदों राजा सुलेमान नूं शमई बारे दस्सिया गया है कि ਉਹ ਗੱਠ ਤੋਂ ਹੋ ਕੇ ਵਾਪਸ ਯਰੂਸ਼ਲਮ ਵਿੱਚ ਆ ਗਿਆ ਹੈ, ਤਾਂ ਉਸਨੇ ਸ਼ਮਈ ਨੂੰ ਤੁਰੰਤ ਆਪਣੇ ਕੋਲ ਸੱਦ ਕੇ ਕਿਹਾ, ਮੈਂ ਤੈਨੂੰ ਪ੍ਰਭੂ ਦੇ ਨਾਮ ਤੇ ਸਹੁੰ ਚੁਕਾਈ ਸੀ ਕਿ ਤੂੰ ਕਦੀ ਵੀ ਯਰੂਸ਼ਲਮ ਤੋਂ ਬਾਹਰ ਨਹੀਂ ਜਾਵੇਂਗਾ। ਮੈਂ ਤੈਨੂੰ ਦੱਸਿਆ ਸੀ ਕਿ ਜਿਸ ਦਿਨ ਤੂੰ ਯਰੂਸ਼ਲਮ ਤੋਂ ਬਾਹਰ ਜਾਵੇਂਗਾ ਤੂੰ ਮਾਰਿਆ ਜਾਵੇਂਗਾ। ਤੂੰ ਮੇਰੀ ਆਗਿਆ ਨੂੰ ਮੰਨਦੇ ਹੋਏ ਕਿਹਾ ਸੀ ਕਿ ਮੈਂ ਇਸ ਦੀ ਪਾਲਣਾ ਕਰਾਂਗਾ। फिर तू अपनी प्रभु अगे कीती प्रतिज्ञा नूं तोड़ के मेरी आज्ञा दी उलंघना क्यों कीती है?
ਤੂੰ ਆਪਣੇ ਉਹਨਾਂ ਸਭ ਬੁਰੇ ਕੰਮਾਂ ਨੂੰ ਚੰਗੀ ਤਰ੍ਹਾਂ ਨਾਲ ਜਾਣਦਾ ਹੈ ਜੋ ਤੂੰ ਮੇਰੇ ਪਿਤਾ ਦੇ ਵਿਰੁੱਧ ਕੀਤੇ ਸਨ। ਹੁਣ ਪ੍ਰਭੂ ਆਪ ਉਹਨਾਂ ਸਭ ਦੀ ਸਜ਼ਾ ਤੈਨੂੰ ਦੇਵੇਗਾ, ਪਰ ਪ੍ਰਭੂ ਮੈਨੂੰ ਅਸੀਸ ਦੇਵੇਗਾ ਤੇ ਦਾਊਦ ਦੀ ਰਾਜਗੱਦੀ ਨੂੰ ਹਮੇਸ਼ਾ ਦੇ ਲਈ ਪੱਕਾ ਕਰੇਗਾ। ਫਿਰ ਰਾਜਾ ਸੁਲੇਮਾਨ ਤੇ ਯਹੋਯਾਦਾ ਦੇ ਪੁੱਤਰ ਬਨਿਆ ਨੂੰ ਆਗਿਆ ਦਿੱਤੀ ਕਿ ਉਸ ਨੂੰ ਜਾ ਕੇ ਸ਼ਮਈ ਨੂੰ ਕਤਲ ਕਰ ਦਿੱਤਾ। ਇਸ ਸਮੇਂ ਤੱਕ ਰਾਜਾ ਸੁਲੇਮਾਨ ਦਾ ਰਾਜ ਪੂਰੀ ਤਰ੍ਹਾਂ ਨਾਲ ਪੱਕਾ ਹੋ ਗਿਆ ਸੀ। ਆਮੀਨ। ਔਰ ਜਿਹੜੀ ਕੀ ਵਰਸ ਹੈ ਇੱਥੇ 46ਵੀਂ ਹੈ। ਰਾਜਾ ਸੁਲੇਮਾਨ ਦਾ ਰਾਜ ਪੂਰੀ ਤਰ੍ਹਾਂ ਦੇ ਨਾਲ ਪੱਕਾ ਹੋ ਗਿਆ ਸੀ। ਜਿੰਨੇ ਵੀ ਸੱਪ ਫਨ ਚੁੱਕਣ ਵਾਲੇ ਸੀ ਉਹ ਸਭ ਖਤਮ ਹੋ ਚੁੱਕੇ ਸੀ। ਹੁਣ ਰਾਜਾ ਸੁਲੇਮਾਨ ਸ਼ਾਂਤੀ ਦੇ ਨਾਲ ਪ੍ਰਭੂ ਦੇ ਉਸ ਮੰਦਰ ਨੂੰ ਬਣਾ ਸਕਦਾ ਸੀ। ਲੇਕਿਨ ਫਿਰ ਵੀ ਅਸੀਂ ਇਹ ਦੇਖਦੇ ਪਏ ਹਾਂ ਕਿ ਜਿਸਲੇ ਉਸਨੇ ਸਜ਼ਾ ਦਿੱਤੀ, ਆਪਣੇ ਭਰਾ ਨੂੰ ਸਜ਼ਾ ਦਿੱਤੀ ਆ, ਤਾਂ ਉਸਨੇ ਜਾ ਕੇ ਵੇਦੀ ਦੇ ਸਿੰਘ ਫੜ ਲਏ ਕਿ ਜਿੰਨੀ ਦੇਰ ਤੱਕ ਸੁਲੇਮਾਨ ਮੈਨੂੰ ਵਾਅਦਾ ਨਹੀਂ ਕਰਦਾ ਕਿ ਉਹ ਮੈਨੂੰ ਕਤਲ ਨਹੀਂ ਕਰੇਗਾ, ਮੈਂ ਇੱਥੋਂ ਨਹੀਂ ਜਾਵਾਂਗਾ। ਉਸਨੇ ਕਿਹਾ ਜੇ ਤੂੰ ਭਲਾ ਬਣ ਕੇ ਰਹੇਂਗਾ, ਬੰਦਾ ਬਣ ਕੇ ਰਹੇਂਗਾ, ਮੈਂ ਤੈਨੂੰ ਕੁਛ ਨਹੀਂ ਕਰੂੰਗਾ, ਪਰ ਜੇ ਤੂੰ ਮੁੜ ਕੇ ਚਲਾਕੀਆਂ ਕੀਤੀਆਂ ਤੇ ਤੂੰ ਖਤਮ ਹੋ। ਯੋਆਬ ਦੇ ਲਈ ਤਾਂ ਦਾਊਦ ਪੱਕਾ ਕਹਿ ਗਿਆ ਸੀ ਤੇ ਉਹਨੂੰ ਨਾ ਜੀਣ ਦਾਊਦ ਯੋਆਬ ਦੇ ਨਾਲ ਤਾਂ ਸੁਲੇਮਾਨ ਦੀ ਕੋਈ ਪਲੱਸ ਮਾਈਨਸ ਕੋਈ ਗੱਲ ਨਹੀਂ ਹੋਈ। ਹੀ ਵਾਸ ਡੈਡ ਮੈਨ। ਉਸਨੇ ਕਹਾ ਜਿੰਨੀ ਦੇਰ ਤੱਕ ਮੈਂ ਜੀਂਦਾ ਯੋਆਬ ਜੀਂਦਾ, ਔਰ ਜਿੱਦਣ ਮੇਰਾ ਸਾਹ ਮੁੱਕੇ ਉਸ ਦਿਨ ਤੂੰ ਉਹਨੂੰ ਖਤਮ ਕਰ ਦੇ, ਔਰ ਉਹ ਆਪਣੀ ਮੌਤ ਨਾ ਮਰੇ, ਉਸਨੂੰ ਸਜ਼ਾ ਮਿਲੇ। ਲੇਕਿਨ ਇਸ ਨੂੰ ਉਸਨੇ ਫੇਰ ਇੱਕ ਮੌਕਾ ਦਿੱਤਾ। ਤੂੰ ਯਰੂਸ਼ਲਮ ਚੋਂ ਬਾਹਰ ਨਹੀਂ ਜਾ ਸਕਦਾ, ਤੇਰੇ ਤੇ ਇੱਥੇ ਨਜ਼ਰ ਰੱਖੀ ਜਾਏਗੀ ਕਿ ਤੂੰ ਉਦੋਂ ਦਾ ਕੋਈ ਗਲਤ ਕੰਮ ਨਾ ਕਰੇ। ਜੇ ਤੂੰ ਬਾਹਰ ਗਿਆ ਯਰੂਸ਼ਲਮ ਤੋਂ ਤੇ ਉਹ ਤੇਰੀ ਮੌਤ ਦਾ ਕਾਰਨ ਹੋਵੇਗਾ। ਔਰ ਪ੍ਰਭੂ ਨੇ ਉਹ ਹੋ ਲੈਣ ਦਿੱਤਾ। ਜਿਸਲੇ ਯਰੂਸ਼ਲਮ ਤੋਂ ਬਾਹਰ ਗਿਆ ਉਸਨੇ ਉਸਨੂੰ ਬੁਲਾ ਲਿਆ। ਉਸਨੇ ਕਿਹਾ ਦੇਖ ਤੂੰ ਮੇਰੇ ਬਾਪ ਦੇ ਖਿਲਾਫ ਕਿੰਨੇ ਕੰਮ ਕੀਤੇ, ਕਿੰਨੀਆਂ ਤੂੰ ਗੰਦੇ ਕੰਮ ਕੀਤੇ। ਕਿ ਇੱਕ ਰਾਜਾ ਜੋ ਯਰੂਸ਼ਲਮ ਨੂੰ ਛੱਡ ਕੇ ਆ ਗਿਆ ਕਿ ਜੇ ਅਬਸ਼ਲੋਮ ਦੇ ਨਾਲ ਮੈਂ ਲੜਾਈ ਕੀਤੀ ਤੇ ਇੱਕ ਵਸਿਆ ਨਗਰ ਅੱਗ ਦੀ ਲਪੇਟ ਚ ਆ ਜਾਣਾ, ਇੱਕ ਬਣਿਆ ਬਣਾਇਆ ਨਗਰ ਤਬਾਹ ਹੋ ਜਾਣਾ, ਔਰ ਇੱਥੇ ਦੇ ਲੋਕ ਤਬਾਹ ਹੋ ਜਾਣੇ। ਸੋ ਉਸਨੇ ਕਿਹਾ ਕੋਈ ਨਹੀਂ, ਅਬਸ਼ਲੋਮ ਨੂੰ ਲੈ ਲੈਣ। ਇੱਕ ਰਾਜਾ ਜਿਹੜਾ ਜਿਸਨੇ ਜੰਗ ਨਹੀਂ ਚੁਣੀ, ਔਰ ਤੂੰ ਉਹਦੇ ਉੱਤੇ ਧੂੜ ਉਡਾਉਂਦਾ ਪਿਆ, ਤੂੰ ਉਹਨੂੰ ਸਰਾਫ ਦਿੰਦਾ ਪਿਆ, ਔਰ ਉਹ ਫਿਰ ਵੀ ਤੈਨੂੰ ਮਾਫ ਕਰਦਾ ਪਿਆ। ਔਰ ਮੈਂ ਤੈਨੂੰ ਹੁਕਮ ਦਿੰਦਾ ਪਿਆ ਔਰ ਤੂੰ ਇਹ ਸਮਝਦਾ ਕਿ ਮੈਂ ਇੱਕ ਕਮਜ਼ੋਰ ਰਾਜਾ ਹਾਂ ਕਿ ਤੂੰ ਜੋ ਮਰਜ਼ੀ ਕਰੇ। ਤੈਨੂੰ ਮੇਰੇ ਹੁਕਮ, ਮੈਂ ਇਹ ਰਾਜਾ ਦਾ ਇੱਕ ਹੁਕਮ ਆ ਜਿਹੜਾ ਤੂੰ ਤੋੜਦਾ ਪਿਆ। ਸੋ ਹੁਣ ਬਾਕੀ ਦਾ ਬਿਨਯਾਮੀਨ ਦਾ ਕਬੀਲਾ ਜਿੱਥੋਂ ਸਾਊਲ ਪੈਦਾ ਹੋਇਆ ਸੀ ਪਹਿਲਾ ਰਾਜਾ, ਉਹ ਇਹ ਜਾਣੇ ਕਿ ਸੁਲੇਮਾਨ ਕੋਈ ਕਮਜ਼ੋਰ ਰਾਜਾ ਨਹੀਂ। ਤੂੰ ਬਿਨਯਾਮੀਨ ਦੇ ਕਬੀਲੇ ਦਾ ਲੀਡਰ ਆ, ਬਜ਼ੁਰਗ ਆ, ਔਰ ਤੈਨੂੰ ਹੁਣ ਇਸ ਦੀ ਸਜ਼ਾ ਮਿਲੇਗੀ। ਸੋ ਖੂਨ ਜਿਹੜਾ ਉਹ ਸੁਲੇਮਾਨ ਦੇ ਹੱਥਾਂ ਤੇ ਨਹੀਂ, ਖੂਨ ਜਿਹੜਾ ਉਹ ਸ਼ਮਾਈ ਦੇ ਆਪਣੇ ਹੱਥਾਂ ਤੇ, ਕਿਉਂਕਿ ਉਸਨੇ ਪਰਵਾਹ ਨਹੀਂ ਕੀਤੀ। ਜਿੱਦਾਂ ਦੇ ਕਈ ਸੁਲੇਮਾਨ ਆਏ ਤੇ ਕਈ ਸੁਲੇਮਾਨ ਚਲੇ ਗਏ। ਸਾਊਲ ਆਇਆ ਉਹ ਚਲਾ ਗਿਆ, ਦਾਊਦ ਆਇਆ ਉਹ ਚਲਾ ਗਿਆ, ਅਬਸ਼ਲੋਮ ਬਣਿਆ 4 ਦਿਨ ਉਹ ਚਲਾ ਗਿਆ। ਇਹ ਕੀ ਆਪਣੇ ਆਪ ਨੂੰ ਸਮਝਦਾ? ਉਸਨੇ ਕਿਹਾ ਨਹੀਂ, ਮੈਂ ਮੰਦਰ ਬਣਾਉਣ ਦੇ ਲਈ ਚੁਣਿਆ ਗਿਆ। ਤੈਨੂੰ ਪਤਾ ਨਹੀਂ ਇਸ ਚੀਜ਼ ਦੀ, ਤੈਨੂੰ ਇਸ ਚੀਜ਼ ਦੀ ਕਦਰ ਨਹੀਂ ਕੋਈ। ਔਰ ਮੈਂ ਬਾਰ-ਬਾਰ ਇਹ ਸ਼ਬਦ ਮੰਦਰ ਦੀ ਗੱਲ ਕਰਦਾ ਪਿਆ, ਇਸ ਨੂੰ ਅਸੀਂ ਗਾਂ ਜਾ ਕੇ ਬੜੇ ਧਿਆਨ ਦੇ ਨਾਲ ਦੇਖਾਂਗੇ। What does it mean?
ये कितनी प्यारी चीज, इसमें वहां जाके ਅਸੀਂ ਦੇਖਾਂਗੇ। ਤੈਨੂੰ ਇਸ ਦੀ ਕਦਰ ਨਹੀਂ ਪਤਾ। ਸੋ ਜਿਸਲੇ ਸ਼ਮਈ ਨੇ ਉਲੰਘਣਾ ਕੀਤੀ ਆ, ਉਹ ਮਾਰਿਆ ਗਿਆ, ਤਾਂ ਫਿਰ ਅਸੀਂ ਪੜ੍ਹਦੇ ਹਾਂ ਕਿ ਉਸ ਦਾ ਰਾਜ ਪ੍ਰਭੂ ਨੇ ਪੱਕਾ ਕੀਤਾ। ਹੁਣ ਯਹੂਦਾ ਦੇ ਪਾਸਿਓਂ ਕੋਈ ਨਹੀਂ ਬੋਲ ਸਕਦਾ, ਉਹ ਕੰਡੇ ਸਾਫ਼ ਹੋ ਗਏ। ਦੂਸਰੇ ਪਾਸਿਓਂ ਦਾਊਦ ਦੇ ਆਪਣੇ ਖਾਨਦਾਨ ਦੇ ਵਿੱਚੋਂ ਜਿਹੜੀਆਂ ਪਤਨੀਆਂ ਦੇ ਪੁੱਤਰ ਜਿਨ੍ਹਾਂ ਨੇ ਇਹ ਆਪਣੇ ਫਨ ਖੜੇ ਕਰਨੇ ਸੀਗੇ, ਉਹ ਨਹੀਂ ਰਹੇ। ਪਰ ਜਿਹੜੀਆਂ ਪਤਨੀਆਂ ਜਿਨ੍ਹਾਂ ਦੇ ਪੁੱਤਰ ਪਹਿਲਾਂ ਵੀ ਦਾਊਦ ਦੇ ਰਾਜ ਦੇ ਵਿੱਚ ਉਹ ਸਿਰਫ ਮੰਤਰੀ ਸੀ ਔਰ ਖੁਸ਼ ਸੀਗੇ, ਆਪਣਾ ਮੰਤਰੀ ਦਾ ਕੰਮ ਨਿਭਾਉਂਦੇ ਪਏ ਸੀਗੇ, ਐਂਡ that's their focus। ਜਿਹੜੀਆਂ ਉਹਨਾਂ ਕੋਲ ਮਿਨਿਸਟਰੀਆਂ ਸੀਗੀਆਂ, ਉਹਨਾਂ ਦਾ ਧਿਆਨ ਸਿਰਫ ਆਪਣੀਆਂ ਮਿਨਿਸਟਰੀਆਂ ਦੇ ਵੱਲ ਸੀ। ਜਿਸ ਵੇਲੇ ਦਾਊਦ ਰਾਜਾ ਸੀ, ਉਹਨਾਂ ਨੇ ਉਹਦੇ ਮੂਹਰੇ ਸਿਰ ਝੁਕਾ ਦਿੱਤਾ। ਜਿਸ ਵੇਲੇ ਸੋਲੋਮਨ ਰਾਜਾ ਬਣਿਆ, ਉਸਨੇ ਉਹਨਾਂ ਦੇ ਮੂਹਰੇ ਉਸਨੇ ਕਿਹਾ, ਜੇ ਅਗਰ ਰਾਜਾ ਦਾਊਦ ਦੀ ਇਹ ਚਾਹਤ ਆ, ਜਿੱਦਾਂ ਅਸੀਂ ਦਾਊਦ ਲਈ ਕੰਮ ਕੀਤਾ ਉਦਾਂ ਅਸੀਂ ਤੇਰੇ ਲਈ ਕੰਮ ਕੀਤਾ। ਉਹਨਾਂ ਨੇ ਆਪਣੀਆਂ ਫਾਈਲਾਂ ਖੋਲ ਕੇ ਮੂਹਰੇ ਰੱਖ ਦਿੱਤੀਆਂ, ਆਹ ਕੰਮ ਚੱਲਦਾ ਪਿਆ ਏਦਾਂ, ਆਹ ਕੰਮ ਏਦਾਂ ਚੱਲਦਾ ਪਿਆ। ਜੇ ਤੂੰ ਮੰਗਦਾ ਕਿ ਜਿੱਦਾਂ ਅਸੀਂ ਕਰਦੇ ਰਹੀਏ, ਜੇ ਤੂੰ ਮੰਗਦਾ ਚੇਂਜ ਲਿਆਉਣੀ, ਅਸੀਂ ਚੇਂਜ ਲਿਆਉਣੀ। ਤੂੰ ਨਵਾਂ ਰਾਜਾ, ਤੂੰ ਦੱਸ ਤੂੰ ਨਹੀਂ, ਤੁਸੀਂ ਜੋ ਕਰਦੇ ਪਏ ਤੁਸੀਂ ਕਰੋ, ਕਿਉਂਕਿ ਦਾਊਦ ਨੇ ਤਾਂ ਆਲਰੇਡੀ ਉਹਨਾਂ ਨੂੰ ਸੈੱਟ ਕੀਤਾ ਸੀ। ਸੋ ਉਹਨਾਂ ਨੇ ਸੁਲੇਮਾਨ ਨੂੰ ਆਪਣਾ ਰਾਜਾ। ਔਰ ਇਸੇ ਤਰ੍ਹਾਂ ਜਿਸ ਲਈ ਅਸੀਂ ਅੱਗੇ ਵਧਦੇ ਪਏ ਹਾਂ ਪ੍ਰਭੂ ਦੇ ਵਚਨ ਦੇ ਵਿੱਚ, ਤੇ ਅਸੀਂ ਇਹ ਦੇਖਾਂਗੇ ਕਿ ਖੁਦਾਵੰਦ ਨੇ ਉਸ ਤੋਂ ਬਾਅਦ ਕਿਸੇ ਦਾ ਸਿਰ ਉੱਚਾ ਨਹੀਂ ਉੱਠਣ ਦੇਣਾ। ਪ੍ਰਭੂ ਨੇ ਸ਼ਾਂਤੀ ਔਰ ਸੁਲੇਮਾਨ ਦਾ ਜਿਹੜਾ ਰਾਜ ਬਦਲਣਾ। ਹੁਣ ਅਸੀਂ ਕੰਪਲੀਟਲੀ ਡਿਫਰੈਂਟ ਡਾਇਮੈਂਸ਼ਨ ਦੇ ਵਿੱਚ ਆ ਗਏ। ਅਸੀਂ ਪਹਿਲਾਂ ਜਿਹੜਾ ਦੇਖਿਆ ਸੀ ਉਹ ਇਹ ਦੇਖਿਆ ਸੀ ਕਿ ਸੁਲੇਮਾਨ ਦੀ ਮਾਂ ਉਸ ਨੂੰ ਸਿਖਾਉਂਦੀ ਪਈ, ਔਰ ਅਸੀਂ ਪਹਿਲੇ 9 ਚੈਪਟਰ ਕਹਾਵਤਾਂ ਦੇ ਪੜ੍ਹੇ ਸੀ, ਜਿਸ ਦੇ ਵਿੱਚ ਉਸ ਦਾ ਧਿਆਨ, ਬਹੁਤਾ ਜਿਹੜਾ ਧਿਆਨ ਸੀ ਉਹ ਇਹ ਸੀ ਕਿ ਪੁੱਤਰ ਆਪਣਾ ਧਿਆਨ ਔਰਤਾਂ ਦੇ ਵੱਲ ਨਾ ਲਾਏ। ਔਰ ਫਿਰ ਅਸੀਂ ਦੇਖਿਆ ਕਿ ਸੁਲੇਮਾਨ ਦਾ ਬਾਪ ਉਸ ਨੂੰ ਸਿਖਾਉਂਦਾ ਪਿਆ, ਔਰ ਅਸੀਂ ਪਹਿਲਾ ਜ਼ਬੂਰ ਦੇਖਿਆ ਸੀ। ਔਰ ਉਸ ਤੋਂ ਬਾਅਦ ਅਸੀਂ ਦਾਊਦ ਦੇ ਆਪਣੇ ਸ਼ਬਦ ਪੜ੍ਹੇ। ਦਾਊਦ ਨੇ ਸੁਲੇਮਾਨ ਨੂੰ ਕੀ ਕਿਹਾ, ਤੂੰ ਡਰਨਾ ਨਹੀਂ, ਤੂੰ ਘਬਰਾਉਣਾ ਨਹੀਂ, ਆਪਣਾ ਧਿਆਨ ਤੂੰ ਪ੍ਰਭੂ ਦੇ ਵੱਲ ਲਾ ਕੇ ਰੱਖਣਾ। ਔਰ ਦਾਊਦ ਆਪਣੇ ਪੁੱਤਰ ਨੂੰ ਸਿਖਾਉਂਦਾ ਪਿਆ। ਆਫ ਕੋਰਸ ਨਥਾਨ ਨਬੀ ਤੇ ਉਹ ਹੱਥਾਂ ਦੇ ਵਿੱਚ ਪੜਿਆ, ਨਥਾਨ ਨਬੀ ਨੇ ਉਸ ਨੂੰ ਸ਼ੁਰੂ ਤੋਂ ਬਚਪਨ ਤੋਂ ਉਸ ਨੂੰ ਸਿਖਾਇਆ। ਹੁਣ ਜੁੜਨਾ ਚੌਥਾ ਐਲੀਮੈਂਟ, ਹੁਣ ਪ੍ਰਭੂ ਨੇ ਉਸ ਨੂੰ ਪੁੱਤ ਦਿੱਤੇ। ਹੁਣ ਸਵਰਗੀ ਬਾਪ ਨੇ ਪਵਿੱਤਰ ਆਤਮਾ ਦੇ ਰਾਹੀਂ ਉਸ ਨੂੰ ਪੁੱਤ ਦਿੱਤੇ। ਔਰ ਅਸੀਂ ਹੁਣ ਇਹ ਦੇਖਣਾ ਆ ਕਿ ਸੁਲੇਮਾਨ ਨੂੰ ਪ੍ਰਭੂ ਨੇ ਕੀ ਬੁੱਧ ਦਿੱਤੀ। ਸੋ ਆਓ ਅਸੀਂ ਪਹਿਲਾਂ ਤੀਸਰਾ ਚੈਪਟਰ ਪੜਾਂਗੇ, ਇਸ ਦੀਆਂ ਪਹਿਲੀਆਂ 15 ਆਇਤਾਂ। ਪਹਿਲੀਆਂ 15 ਆਇਤਾਂ ਜਿਸ ਨੂੰ ਸੁਲੇਮਾਨ ਦਾ ਬੁੱਧ ਪ੍ਰਾਪਤੀ ਲਈ ਪ੍ਰਾਰਥਨਾ ਕਰਨਾ। ਤਦ ਰਾਜਾ ਸੁਲੇਮਾਨ ਨੇ ਮਿਸਰ ਦੇ ਰਾਜਾ ਫਿਰੌਨ ਨਾਲ ਸੰਧੀ ਕੀਤੀ ਅਤੇ ਚਿੰਨ ਵੱਲੋਂ ਉਸਨੇ ਫਿਰੌਨ ਦੀ ਪੁੱਤਰੀ ਨਾਲ ਵਿਆਹ ਕੀਤਾ। ਉਹ ਫਿਰੌਨ ਦੀ ਧੀ ਨੂੰ ਵਿਆਹ ਕੇ ਦਾਊਦ ਦੇ ਨਗਰ ਵਿੱਚ ਲੈ ਆਇਆ। ਉਸ ਨੇ ਜਦੋਂ ਤੱਕ ਆਪਣਾ ਮਹਿਲ, ਪ੍ਰਭੂ ਦਾ ਮੰਦਿਰ ਅਤੇ ਯਰੂਸ਼ਲਮ ਸ਼ਹਿਰ ਦੀ ਚਾਰ ਦੀਵਾਰੀ ਨਾ ਬਣਾ ਲਈ, ਫਿਰੌਨ ਦੀ ਧੀ ਨੂੰ ਉੱਥੇ ਹੀ ਰੱਖਿਆ। ਉਸ ਸਮੇਂ ਤੱਕ ਲੋਕ ਆਪਣੀਆਂ ਬਲੀਆਂ ਥਾਂ ਬਣੀਆਂ ਬੇਦੀਆਂ ਉੱਤੇ ਚੜਾਉਂਦੇ ਸਨ, ਕਿਉਂਕਿ ਅਜੇ ਪ੍ਰਭੂ ਦਾ ਮੰਦਿਰ ਨਹੀਂ ਬਣਿਆ ਸੀ। ਸੁਲੇਮਾਨ ਪ੍ਰਭੂ ਨੂੰ ਪੂਰੀ ਤਰ੍ਹਾਂ ਨਾਲ ਪਿਆਰ ਕਰਦਾ ਸੀ ਅਤੇ ਆਪਣੇ ਪਿਤਾ ਦੀਆਂ ਹਦਾਇਤਾਂ ਅਨੁਸਾਰ ਚੱਲਦਾ ਸੀ, ਪਰ ਉਹ ਵੀ ਆਪਣੀਆਂ ਬਲੀਆਂ ਵੱਖ-ਵੱਖ ਬੇਦੀਆਂ ਉੱਤੇ ਹੀ ਚੜਾਉਂਦਾ ਸੀ। ਇੱਕ ਵਾਰ ਰਾਜਾ ਸੁਲੇਮਾਨ ਹੋਮ ਬਲੀ ਚੜਾਉਣ ਲਈ ਗਿਬਿਓਨ ਨੂੰ ਗਿਆ, ਕਿਉਂਕਿ ਉੱਥੇ ਸਭ ਤੋਂ ਵੱਡੀ ਤੇ ਪ੍ਰਸਿੱਧ ਵੇਦੀ ਸੀ। ਉਸਨੇ ਉੱਥੇ 1000 ਹੋਮ ਬਲੀਆਂ ਚੜਾਈਆਂ। ਉਸ ਰਾਤ ਪ੍ਰਭੂ ਪਰਮੇਸ਼ਰ ਨੇ ਸੁਲੇਮਾਨ ਨੂੰ ਦਰਸ਼ਨ ਦੇ ਕੇ ਪੁੱਛਿਆ, ਤੂੰ ਕੀ ਚਾਹੁੰਦਾ ਹੈ ਕਿ ਮੈਂ ਤੈਨੂੰ ਦੇਵਾਂ? ਸੁਲੇਮਾਨ ਨੇ ਉੱਤਰ ਦਿੱਤਾ, ਤੂੰ ਹਮੇਸ਼ਾ ਮੇਰੇ ਪਿਤਾ ਦਾਊਦ ਆਪਣੇ ਦਾਸ ਨੂੰ ਪਿਆਰ ਕੀਤਾ ਹੈ। ਉਹ ਵੀ ਤੇਰੇ ਨਾਲ ਸੱਚਾ, ਵਿਸ਼ਵਾਸੀ ਅਤੇ ਮਨ ਦੀ ਸਿਧਾਈ ਨਾਲ ਰਿਹਾ ਹੈ। ਇਸੇ ਲਈ ਤੂੰ ਉਸ ਨੂੰ ਆਪਣਾ ਹਮੇਸ਼ਾ ਰਹਿਣ ਵਾਲਾ ਵੱਡਾ ਪਿਆਰ ਦਿੱਤਾ ਅਤੇ ਉਸ ਨੂੰ ਇੱਕ ਪੁੱਤਰ ਦਿੱਤਾ, ਜੋ ਅੱਜ ਉਸ ਦੀ ਥਾਂ ਰਾਜ ਕਰ ਰਿਹਾ ਹੈ। ਪ੍ਰਭੂ, ਤੂੰ ਸੱਚਮੁੱਚ ਮੈਨੂੰ ਮੇਰੇ ਪਿਤਾ ਦੀ ਥਾਂ ਰਾਜਾ ਬਣਾਇਆ ਹੈ। ਬੇਸ਼ੱਕ ਮੈਂ ਤੇਰੇ ਸਾਹਮਣੇ ਇੱਕ ਛੋਟਾ ਜਿਹਾ ਮੁੰਡਾ ਹੀ ਹਾਂ,
ਅਤੇ ਮੈਂ ਅਜੇ ਕਿਸੇ ਚੀਜ਼ ਦਾ ਪੂਰਾ ਗਿਆਨ ਨਹੀਂ ਰੱਖਦਾ ਹਾਂ। ਮੈਂ ਅੱਜ ਤੇਰੇ ਚੁਣੇ ਹੋਏ ਲੋਕਾਂ ਦੇ ਵਿਚਕਾਰ ਹਾਂ, ਜਿਨ੍ਹਾਂ ਦੀ ਗਿਣਤੀ ਤੱਕ ਕਰਨਾ ਕਠਿਨ ਹੈ। ਇਸ ਲਈ ਪ੍ਰਭੂ, ਤੂੰ ਆਪਣੇ ਇਸ ਦਾਸ ਨੂੰ ਇਹੋ ਜਿਹੀ ਬੁੱਧ ਦੇ, ਜਿਸ ਨਾਲ ਮੈਂ ਬੁਰੇ ਭਲੇ ਦੀ ਪਛਾਣ ਕਰ ਸਕਾਂ, ਕਿਉਂਕਿ ਤੇਰੇ ਬਿਨਾਂ ਅਣਗਿਣਤ ਲੋਕਾਂ ਉੱਤੇ ਕੌਣ ਰਾਜ ਕਰ ਸਕਦਾ ਹੈ। ਪ੍ਰਭੂ ਸੁਲੇਮਾਨ ਦੀ ਇਸ ਮੰਗ ਤੋਂ ਬਹੁਤ ਖੁਸ਼ ਹੋਇਆ। ਇਸ ਲਈ ਉਸਨੇ ਸੁਲੇਮਾਨ ਨੂੰ ਕਿਹਾ, ਤੂੰ ਮੇਰੇ ਤੋਂ ਲੰਮੀ ਉਮਰ ਮੰਗ ਸਕਦਾ ਸਾਂ, ਤੂੰ ਧੰਨ-ਮਾਲ ਮੰਗ ਸਕਦਾ ਸੈਂ, ਪਰ ਤੂੰ ਇਹਨਾਂ ਸਭ ਚੀਜ਼ਾਂ ਦੀ ਬਜਾਏ ਬੁਰੇ ਭਲੇ ਦੀ ਪਛਾਣ ਕਰਨ ਦੀ ਬੁੱਧ ਮੰਗੀ ਹੈ। ਮੈਂ ਤੇਰੇ ਕਹੇ ਅਨੁਸਾਰ ਕਰਾਂਗਾ। ਮੈਂ ਤੈਨੂੰ ਬੁਰੇ ਭਲੇ ਦੀ ਪਛਾਣ ਕਰਨ ਵਾਲੀ ਇਹੋ ਜਿਹੀ ਬੁੱਧ ਦੇਵਾਂਗਾ, ਜੋ ਅੱਜ ਤੱਕ ਤੇਰੇ ਤੋਂ ਪਹਿਲਾਂ ਨਾ ਕਿਸੇ ਨੂੰ ਮਿਲੀ ਹੋਵੇ ਅਤੇ ਨਾ ਹੀ ਮਿਲੇਗੀ। ਮੈਂ ਤੈਨੂੰ ਉਹ ਸਭ ਵੀ ਦੇਵਾਂਗਾ, ਅਰਥਾਤ ਧਨ, ਮਾਲ ਅਤੇ ਆਦਰ, ਤਾਂ ਜੋ ਤੇਰੇ ਨਾਲ ਕੋਈ ਦੂਜਾ ਰਾਜਾ ਟਾਕਰਾ ਨਾ ਕਰ ਸਕੇ। ਫਿਰ ਜੇਕਰ ਤੂੰ ਮੇਰੀਆਂ ਵਿਧੀਆਂ ਤੇ ਆਗਿਆਵਾਂ ਨੂੰ ਆਪਣੇ ਪਿਤਾ ਦਾਊਦ ਦੇ ਵਾਂਗ ਮੰਨੇਗਾ, ਤਾਂ ਮੈਂ ਤੇਰੀ ਲੰਮੀ ਉਮਰ ਕਰਾਂਗਾ। ਤਦ ਸੁਲੇਮਾਨ ਨੀਂਦ ਤੋਂ ਜਾਗਿਆ ਤੇ ਉਸਨੇ ਜਾਣਿਆ ਕਿ ਉਸਨੇ ਸੁਪਨਾ ਦੇਖਿਆ ਹੈ। ਸੋ ਉਸਨੇ ਯਰੂਸ਼ਲਮ ਵਿੱਚ ਵਾਪਸ ਆ ਕੇ ਪਵਿੱਤਰ ਨੇਮ ਦੇ ਸੰਦੂਕ ਕੋਲ ਖੜੀ ਹੋ ਕੇ ਹੋਮ ਬਲੀਆਂ ਤੇ ਮੇਲ ਬਲੀਆਂ ਚੜਾਈਆਂ। ਇਸ ਦੇ ਪਿੱਛੋਂ ਉਸਨੇ ਆਪਣੇ ਅਧਿਕਾਰੀਆਂ ਨੂੰ ਇੱਕ ਭੋਜ ਦਿੱਤਾ। ਆਮੀਨ। ਅੱਛਾ, ਅਸੀਂ ਇਸ ਦੇ ਪਹਿਲੇ ਹਿੱਸੇ ਨੂੰ ਪਹਿਲਾਂ ਅੱਜ ਦੇਖਾਂਗੇ, ਕਿਉਂਕਿ ਅਗਲਾ ਜਿਹੜਾ ਦੂਸਰਾ ਹਿੱਸਾ ਹੈ ਉਹ ਬਹੁਤ ਵੱਡਾ ਹੈ, ਔਰ ਉਸ ਨੂੰ ਅਸੀਂ ਅਗਲੇ ਹਫਤੇ ਜਿਸਲੇ ਆਪਣੀ ਮੰਡੇ ਤੋਂ ਦੁਬਾਰਾ ਬਾਈਬਲ ਸਟੱਡੀ ਸ਼ੁਰੂ ਕਰਾਂਗੇ ਉਸਲੇ ਦੇਖਾਂਗੇ। ਸੋ ਜਿਹੜਾ ਪਹਿਲਾ ਹਿੱਸਾ ਉਹ ਇਹ ਆ ਕਿ there is no certain place ਜਿੱਥੇ ਜਾ ਕੇ ਲੋਕ ਪ੍ਰਭੂ ਦੇ ਲਈ ਬਲੀ ਚੜਾਉਂਦੇ। ਕਾਰਨ ਕੀ ਆ? ਸਾਰੀਆਂ ਟ੍ਰਾਈਬਸ ਜਿਹੜੀਆਂ ਅਸੀਂ ਅਗਰ ਦੇਖੀਏ ਕਿ ਸੌਲ ਦੇ ਸਮੇਂ ਦੇ ਵਿੱਚ ਅਸੀਂ ਰਾਜ ਇੰਨਾ ਰਾਜ ਅਸੀਂ ਦੇਖਦੇ ਪਏ ਹਾਂ, ਔਰ ਜਿੰਨੀਆਂ ਵੀ ਇਹ ਟ੍ਰਾਈਬਸ ਆ, ਜਿੰਨੇ ਵੀ ਇਹ ਕਬੀਲੇ ਆ, ਸਾਰਿਆਂ ਨੇ ਆਪਣੇ ਆਪਣੇ ਲਈ ਇੱਕ ਬਲੀ ਬੇਦੀ ਬਣਾਈ ਹੋਆ ਜਿੱਥੇ ਉਹ ਪ੍ਰਭੂ ਦੇ ਲਈ ਬਲੀ ਚੜਾਉਂਦੇ। ਸੋ ਜਿਸ ਤਰ੍ਹਾਂ ਅਸੀਂ ਕਹਿ ਲਈਏ ਕਿ ਐਸ਼ਰ, ਨਫਤਾਲੀ, ਜਬਲੂਨ, ਇਸਖਾਰ, ਮਨੇਸਾ, ਗਾਦ, ਰਬੀਓਨ, ਇਫਰਾਇਮ, ਬਿਨਯਾਮਿਨ, ਦਾਨ, ਯਹੂਦਾ ਤੇ ਸਿਮਯਨ ਦਾ ਜਿਹੜਾ ਕਬੀਲਾ, ਔਰ ਲੇਵੀਆਂ ਦੇ ਜਿਹੜਾ ਲੇਵੀ ਦਾ ਕਬੀਲਾ, ਉਹ ਸਾਰਿਆਂ ਦੇ ਵਿੱਚ ਫੈਲਿਆ ਹੈ। ਸੋ ਇਹ ਸਾਰੇ ਕਬੀਲੇ ਜਿਹੜੇ ਹੈਗੇ ਆ, ਇਹਨਾਂ ਦੀ ਇੱਕ ਆਪਣੀ ਆਪਣੀ ਜਗ੍ਹਾ ਆ ਜਿੱਥੇ ਇਹ ਜਾ ਕੇ ਬਲੀ ਚੜਾਉਂਦੇ ਆ। ਸੋ ਰਾਜਾ ਜਿਹੜਾ ਆ ਉਹ ਸਾਰੇ ਕਬੀਲਿਆਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੇ ਕਬੀਲੇ ਦੇ ਵਿੱਚ ਜਾਂਦਾ, ਜਿੱਥੇ ਉਹਨਾਂ ਨੇ ਬਲੀ ਚੜਾਈ ਹੋਆ ਉੱਥੇ ਜਾ ਕੇ ਉਹ ਬਲੀ ਚੜਾ ਦਿੰਦਾ, ਔਰ ਉਸ ਦੇ ਨਾਲ ਉਹ ਕਬੀਲਾ ਇਹ ਵੀ ਸਮਝਦਾ ਕਿ ਪ੍ਰਭੂ ਨੇ ਇਸ ਨੇ ਸਾਨੂੰ ਬਰਕਤ ਦਿੱਤੀ। ਲੇਕਿਨ ਅਗਰ ਅਸੀਂ ਦੇਖੀਏ ਗਿਬਿਓਨ ਜਿਹੜਾ ਇਲਾਕਾ ਹੈਗਾ ਉਹ ਬਿਨਯਾਮਿਨ ਦੇ ਕਬੀਲੇ ਦੇ ਵਿੱਚ ਆਉਂਦਾ, ਔਰ ਬਿਨਯਾਮਿਨ ਔਰ ਅਫਰੀਮ ਦੇ ਕਬੀਲੇ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਕਾਰਨਰ ਦੇ ਉੱਤੇ ਆਉਂਦਾ। ਔਰ ਇੱਥੇ ਜਿੰਨੇ ਵੀ ਇਹਨਾਂ ਦੇ ਮੇਨ ਜਿਹੜੇ ਖਾਸ ਕਰਕੇ ਅਸੀਂ ਜਿਸ ਵੇਲੇ ਸੈਮੂਅਲ ਨੂੰ ਦੇਖਦੇ ਹਾਂ, ਸੈਮੂਅਲ ਜਿਹੜਾ ਸੀ ਉਹ ਗਿਬਿਓਨ ਦੇ ਵਿੱਚ ਮੇਨ ਬਲੀ ਉਹ ਉੱਥੇ ਚੜਾਉਂਦਾ ਸੀ। ਸੋ ਆਲੇ ਦੁਆਲੇ ਤੋਂ ਸਾਰਿਆਂ ਦੇ ਲਈ ਸੌਖਾ ਸੀ, ਇਹ ਸਾਰੇ ਇੱਥੇ ਆ ਸਕਦੇ ਸੀ, ਇੱਧਰੋਂ ਵੀ ਸਾਰੇ ਜਾ ਸਕਦੇ ਸੀ, ਔਰ ਇਹ ਗੱਬੇ ਸੀ, ਇੱਥੇ ਜਾ ਕੇ ਗਿਬਿਓਨ ਦੇ ਵਿੱਚ ਬਲੀ ਚੜਾ ਸਕਦੇ ਸੀ। ਸੋ ਇਸੇ ਤਰ੍ਹਾਂ ਅਗਰ ਅਸੀਂ ਦੇਖਦੇ ਪਏ ਹਾਂ ਕਿ ਸੁਲੇਮਾਨ ਗਿਬਿਓਨ ਦੇ ਇਲਾਕੇ ਦੇ ਵਿੱਚ ਬਲੀ ਚੜਾਉਣ ਗਿਆ। ਪ੍ਰਭੂ ਨੇ ਉਸਦੇ ਰਾਜ ਨੂੰ ਪੱਕਾ ਕੀਤਾ, ਪ੍ਰਭੂ ਨੇ ਉਸ ਨੂੰ ਬਰਕਤ ਦਿੱਤੀ। ਲੱਖਾਂ ਹਜ਼ਾਰਾਂ ਲੱਖਾਂ ਕਰੋੜਾਂ ਭੇਡ ਬੱਕਰੀਆਂ ਦੇ ਵਿੱਚ ਉਸਦੇ ਕੋਲ 1000 ਕੀ ਆ, ਔਰ 1000 ਬਲੀ ਚੜਾਉਣ ਦਾ ਮਤਲਬ ਇਹ ਆ ਕਿ ਲੋਕ ਇੰਨੇ ਇਕੱਠੇ ਹੋਏ ਆ, ਉਹਨਾਂ ਦੇ ਲਈ ਖਾਣਾ ਵੀ ਬਣਾਉਣਾ, ਸੋ ਚਰਬੀ ਜਿਹੜੀ ਆ ਉਹ ਸਾੜੀ ਗਈ ਆ, ਲੇਕਿਨ ਬਾਕੀ ਦਾ ਜਿਹੜਾ ਹੈਗਾ ਉਹ ਖਾਣਾ ਬਣਾਇਆ ਗਿਆ, ਉਹ ਖਾਣਾ ਵਰਤਾਇਆ ਗਿਆ, ਲੋਕ ਖਾਂਦੇ ਪਏ ਆ ਔਰ ਸਾਰੇ ਖੁਸ਼ ਆ ਕਿ ਪ੍ਰਭੂ ਨੇ ਸਾਡੇ ਰਾਜ ਨੂੰ ਪੱਕਾ ਕੀਤਾ, ਪ੍ਰਭੂ ਨੇ ਸਾਡੇ ਰਾਜ ਨੂੰ ਸ਼ਾਂਤੀ ਦਿੱਤੀ ਹੈ। ਸਾਨੂੰ ਇੱਕੋ ਹੀ ਰਾਜ ਤੋਂ ਖਤਰਾ ਸੀ, ਜੇ ਸਾਨੂੰ ਖਤਰਾ ਸੀ ਤਾਂ ਸਾਨੂੰ ਮਿਸਰੀਆਂ ਤੋਂ ਖਤਰਾ ਸੀ, ਔਰ ਮਿਸਰ ਦੇ ਰਾਜੇ ਸ਼ਿਸ਼ਾਕ ਨੇ, ਔਰ ਉਸ ਦੇ ਬਾਰੇ ਅਸੀਂ ਥੋੜਾ ਜਿਹਾ ਕੱਲ ਨੂੰ ਦੇਖਾਂਗੇ, ਸਾਡੇ ਕੋਲ ਟਾਈਮ ਥੋੜਾ ਹੈ, ਕੱਲ ਨੂੰ ਕਹਿਤਾ ਮੰਡੇ ਦੇਖਾਂਗੇ। ਸ਼ਿਸ਼ਾਕ ਨੇ ਆਪਣੀ ਪੁੱਤਰੀ ਦੇ ਦਿੱਤੀ, ਔਰ ਉਸਨੇ ਆਪਣੀ ਪੁੱਤਰੀ ਦੇ ਕੇ ਸਾਡੇ ਨਾਲ ਸ਼ਾਂਤੀ ਸਥਾਪਿਤ ਕੀਤੀ ਹੈ। ਸਾਡੇ ਰਾਜਾ ਨੇ ਆਪਣੀ ਧੀ ਦੇ ਕੇ ਸ਼ਾਂਤੀ ਸਥਾਪਿਤ ਨਹੀਂ ਕੀਤੀ, ਉਸਨੇ ਆਪਣੀ ਪੁੱਤਰੀ ਦੇ ਕੇ, ਔਰ ਉਸਨੇ ਇਹ ਕਿਹਾ ਕਿ ਮੈਂ ਤੇਰੇ ਤੇ ਹਮਲਾ
नहीं करूंगा और तुम मेरे ते हमला ना कर। और उसने इस चीज ਨੂੰ ਮੰਨਿਆ कि ਅਸੀਂ एक सुपर पावर और वो खुश आ। सो सारे दे सारे जिद्दां असीं देखिया कि वो गबियोन दा जिहड़ा इलाका गब्बे आ, सारे दे सारे गब्बे आके इकट्ठे होए और उन्होंने उत्थे खुशी मनाई। सारे दा मतलब ये नहीं कि सारी कौम आ गई, लेकिन जिहड़े बजुर्ग चुनियो हुंदे सीगे वो सारे आए और उत्थे ਲੱਖਾਂ ਦੇ ਹਿਸਾਬ ਦੇ ਨਾਲ ਲੋਕ ਇਕੱਠੇ ਹੋਏ। ਸੋ ਜਿਸ ਲਈ ਅਸੀਂ ਕਹਿੰਦੇ ਕਿ ਉਸਨੇ ਬਲੀਆਂ ਚੜਾਈਆਂ ਤੇ ਉਸਨੇ ਇੱਕ ਬਲੀ ਚੜਾਈ ਹੈ, ਲੇਕਿਨ ਬਲੀਆਂ ਚੜਾਈਆਂ ਜਾ ਰਹੀਆਂ ਆਲੇ ਦੁਆਲੇ ਪ੍ਰਭੂ ਦੇ ਲਈ, ਔਰ ਖਾਣਾ ਬਣਾਇਆ ਜਾ ਰਿਹਾ ਔਰ ਖਾਣਾ ਖਾਇਆ ਜਾ ਰਿਹਾ। ਉਹ ਸਾਰੀ ਖੁਸ਼ੀ ਮਨਾ ਰਹੇ ਆ ਲੋਕ ਕਿ ਪ੍ਰਭੂ ਨੇ ਸਾਨੂੰ ਸ਼ਾਂਤੀ ਦਿੱਤੀ ਹੈ, ਜਿਸ ਲਈ ਅਸੀਂ ਇਸ ਹਿੱਸੇ ਨੂੰ ਦੇਖਦੇ ਹਾਂ, ਜਿਸ ਵੇਲੇ ਅਸੀਂ ਖਾਸ ਕਰਕੇ ਇਸ ਸ਼ਾਂਤੀ ਦੇ ਹਿੱਸੇ ਹੁੰਦੇ। ਇਹਨਾਂ ਚੀਜ਼ਾਂ ਨੂੰ ਅਸੀਂ ਮਿਸ ਕਰ ਜਾਂਦੇ ਕਿਉਂਕਿ ਇਹ ਜਿੱਤ ਦੀ ਖੁਸ਼ੀ ਆ, ਇਹ ਸ਼ਾਂਤੀ ਦੀ ਖੁਸ਼ੀ ਆ, ਇਹ ਜੰਗ ਨਹੀਂ ਹੋਣੀ, ਇਹ ਉਸ ਦੀ ਖੁਸ਼ੀ ਜਿਹੜੀ ਉਹ ਮਨਾ ਰਹੇ। ਲੇਕਿਨ ਔਨ ਦ ਟਾਪ ਆਫ ਇਟ ਅਸੀਂ ਇਹ ਦੇਖਦੇ ਪਏ ਹਾਂ ਕਿ ਸੁਲੇਮਾਨ ਨੇ ਜਿਸ ਲਈ ਉੱਥੇ ਜਾ ਕੇ ਬਲੀਆਂ ਚੜਾਈਆਂ ਆ ਤਾਂ ਉਹ ਆਪਣੇ ਲੋਕਾਂ ਦੇ ਵਿੱਚ ਔਰ ਲੋਕ ਅਸੀਂ ਅਗਰ ਦੇਖੀਏ 12 ਦੇ 12 ਕਬੀਲਿਆਂ ਦੇ ਜਿਹੜੇ ਲੋਕ ਆ ਔਰ ਲੇਵੀਆਂ ਦਾ 13ਵਾਂ ਕਬੀਲਾ ਆ, 12 ਦੇ 12 ਕਬੀਲੇ ਪਲੱਸ ਲੇਵੀਆਂ ਦਾ ਕਬੀਲਾ, ਉਹ ਸਭ ਆਪਣੇ ਰਾਜੇ ਦੇ ਨਾਲ, ਆਪਣੇ ਸਭ ਨਵੇਂ ਰਾਜੇ ਦੇ ਨਾਲ, ਔਰ ਉੱਥੇ ਉਹ ਖੁਸ਼ੀ ਮਨਾ ਰਹੇ। ਔਰ ਪ੍ਰਭੂ ਨੇ ਸੋਲੋਮਨ ਨੂੰ ਇੱਕ ਹੋਰ ਬਰਕਤ ਦਿੱਤੀ ਕਿ ਉਹ ਹੁਣ ਮਹਿਲ ਦੇ ਪਿੰਜਰੇ ਵਿੱਚ ਨਹੀਂ, ਜੋ ਬੈਤਸ਼ੇਬਾ ਨੇ, ਦਾਊਦ ਨੇ ਔਰ ਨਥਾਨ ਨੇ ਉਸਨੂੰ ਬਣਾ ਕੇ ਰੱਖਿਆ ਸੀ, ਉਹ ਹੁਣ ਮਹਿਲ ਦੇ ਪਿੰਜਰੇ ਵਿੱਚ ਨਹੀਂ, ਹੁਣ ਉਹ ਲੋਕਾਂ ਦੇ ਵਿੱਚ ਵਿਚਰਦਾ ਪਿਆ, ਜਿੱਦਾਂ ਦਾਊਦ ਲੋਕਾਂ ਦੇ ਵਿੱਚ ਵਿਚਰਦਾ ਸੀ। This is the golden year। 7 ਸਾਲ ਜਿਹੜੇ ਉਹਦੀ ਜ਼ਿੰਦਗੀ ਦੇ ਪਹਿਲੇ ਆ ਨਾ, these are the golden years। ਉਹ ਆਪਣੇ golden years ਜਿਹੜੇ ਹੈਗੇ ਆ 19 ਸਾਲ ਦੀ ਉਮਰ ਤੋਂ ਲੈ ਕੇ 26 ਸਾਲ ਦੀ ਉਮਰ ਤੱਕ, ਇਹ golden years ਆ ਜਿਨ੍ਹਾਂ ਦੇ ਵਿੱਚ ਪ੍ਰਭੂ ਦੇ ਨਾਲ ਉਸ ਦਾ ਰਿਸ਼ਤਾ ਸਿੱਧਾ ਹੈ ਔਰ ਪ੍ਰਭੂ ਉਸ ਨੂੰ ਬੁੱਧ ਦੇ ਰਿਹਾ। ਔਰ ਇਸ ਸਮੇਂ ਦੇ ਵਿੱਚ ਹੀ ਉਸਦੇ ਕੋਲ ਕਹਾਵਤਾਂ ਔਰ ਇਸੇ ਸਮੇਂ ਦੇ ਵਿੱਚ ਉਸਦੇ ਕੋਲ songs of songs, ਅਸ਼੍ਰੇਸ਼ਟ ਗੀਤ, ਉਹ ਸਾਰੀਆਂ ਚੀਜ਼ਾਂ ਪ੍ਰਭੂ ਨੇ ਇਸੇ ਸਮੇਂ ਦੇ ਵਿੱਚ ਉਸਨੂੰ ਦਿੱਤੀਆਂ ਔਰ ਪ੍ਰਭੂ ਨੇ ਉਸਨੂੰ ਬਹੁਤ ਬਰਕਤ ਦਿੱਤੀ। ਔਰ ਹੁਣ ਅਸੀਂ ਅਗਲੇ ਹਫਤੇ ਜਦੋਂ ਦੁਬਾਰਾ ਮਿਲਾਂਗੇ ਤਾਂ ਅਸੀਂ ਇਹ ਦੇਖਾਂਗੇ ਕਿ ਪ੍ਰਭੂ ਨੇ ਜਿਸ ਲਈ ਉਸਨੂੰ ਬੁੱਧ ਦਿੱਤੀ ਤਾਂ ਪ੍ਰਭੂ ਨੇ ਉਸਨੂੰ ਕਿਹੜੀ ਬੁੱਧ ਦਿੱਤੀ, ਪ੍ਰਭੂ ਨੇ ਉਸਨੂੰ ਕੀ ਸਿਖਾਇਆ, ਪਵਿੱਤਰ ਆਤਮਾ ਨੇ ਉਸਨੂੰ ਕੀ ਸਿਖਾਇਆ ਔਰ ਉਸਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਲਿਖਤ ਦੇ ਵਿੱਚ ਰੱਖਿਆ। ਉਸਨੇ ਕੀ ਲਿਖਤ ਲਿਖੀ ਹੈ, ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਾਂ। ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇ, ਤੁਹਾਡੇ ਸਾਰਿਆਂ ਦੇ ਨਾਲ ਬਣਿਆ ਰਹੇ। ਸੰਡੇ ਸਾਡਾ ਸਬਤ ਆ, ਹਮੇਸ਼ਾ ਤੁਹਾਨੂੰ ਯਾਦ ਕਰਾਉਣਾ ਪਹਿਲਾ ਤਿਉਹਾਰ ਬਾਈਬਲ ਦੇ ਵਿੱਚ, ਸਭ ਤੋਂ ਪਹਿਲਾ ਤਿਉਹਾਰ ਹੈ ਪ੍ਰਭੂ ਨੇ ਮਨਾਉਣ ਨੂੰ ਕਿਹਾ। 52 ਵਾਰੀ ਸਾਲ ਦੇ ਵਿੱਚ ਅਸੀਂ ਮਨਾਉਂਦੇ ਹਾਂ ਔਰ ਇਸ ਤਿਉਹਾਰ ਨੂੰ ਮਨਾਓ ਆਪਣੇ ਲਈ ਔਰ ਆਪਣੇ ਪਾਸਵਾਨ ਦੇ ਲਈ ਬਰਕਤ ਦਾ ਕਾਰਨ। ਆਓ ਪਿਆਰੇ ਪ੍ਰਭੂ, ਤੇਰਾ ਬਹੁਤ ਸ਼ੁਕਰ ਕਰਦੇ ਹਾਂ ਸਮੇਂ ਦੇ ਲਈ, ਤੇਰੀ ਦਇਆ ਦੇ ਲਈ, ਤੇਰੇ ਪਿਆਰ ਦੇ ਲਈ। ਬੁਰੇ ਔਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖੀ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖੀ, ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਚ। ਸਾਰੇ ਭੈਣ ਭਰਾ ਕਹਿਣ ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਦੇ ਔਰ ਤੁਹਾਡੇ ਸਭ ਦੇ ਨਾਲ